ਕੇਂਦਰ ਨੇ ਦੁਬਾਰਾ ਸੱਦ ਲਿਆ ਕਿਸਾਨ ਜਥੇਬੰਦੀਆਂ ਨੂੰ। ਸਮੱਸਿਆ ਪੰਜਾਬ ਦਾ ਖੇਤੀ ਸੰਕਟ, ਪੰਜਾਬ ਦਾ ਖੇਤੀ ਸੰਕਟ ਸਾਰੇ ਦੇਸ਼ ਦਾ ਖੇਤੀ ਸੰਕਟ ਨਹੀਂ ਹੈ। ਇਸ ਕਾਨੂੰਨ ਦੇ ਝਟਕੇ ਰਾਹੀਂ ਉਹਨਾਂ ਨੇ ਮਹਿਕਮਾ ਸੀ ਜਿਹੜਾ ਉਹ ਇੰਦਰਾ ਗਾਂਧੀ ਦੀ ਸਰਕਾਰ ਨੇ ਰਾਜਾਂ ਤੋਂ ਲੈ ਲਿਆ ਸੀ। ਇੱਕ ਦੇਸ਼ ਨੀਤੀ ਹੋਵੇ, ਜੰਮੂ ਕਸ਼ਮੀਰ ਚ ਪੰਜਾਬੀ ਹੋਵੇ ਜਾਂ ਨਾ ਹੋਵੇ, ਉਹਦੀ ਇੰਪਲੀਕੇਸ਼ਨ ਆ ਰਹੀਆਂ ਨੇ ਤੇ ਹੁਣ ਕਹਿੰਦੇ ਹੋ ਜੀ ਇਹ ਚੋਂ ਆਪਦੇ ਆਪ ਬਾਹਰ ਨਿਕਲੋ। ਉਹਦੇ ਖਾਤਰ ਨੇ ਸਾਰੇ ਕਾਨੂੰਨ ਨੇ ਤਾਕਤਾਂ ਦਾ ਕੇਂਦਰੀਕਰਨ ਕਰ ਲਿਆ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰੰਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖੇਤੀ ਕਾਨੂੰਨਾਂ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੂੰ ਕੇਂਦਰ ਨੇ ਦੂਜੀ ਵਾਰ ਸੱਦਾ ਪੇਪਰ ਭੇਜਿਆ। ਕਿਸਾਨ ਜਿਹੜੇ ਨੇ ਉਹ ਆਪਣੀ ਮੰਗਾਂ ਤੇ ਅੜੇ ਹੋਏ ਨੇ ਕਿ MSP ਕਾਨੂੰਨ ਦੇ ਵਿੱਚ ਲਿਆਂਦਾ ਜਾਵੇ, ਸਾਨੂੰ ਵਿਸ਼ਵਾਸ ਦਿਵਾਇਆ ਜਾਵੇ, ਪਰ ਇਹਦੀ ਅੰਦਰਲੀ ਜੜ ਕੀ ਹੈ, ਜੜ ਤੱਕ ਕੋਈ ਸ਼ਾਇਦ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਅਸੀਂ ਵੀ ਬੜੇ ਵਿਦਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਪਰ ਮਸਲਾ ਜਿਹੜਾ ਉਹ ਹਾਲੇ ਵੀ ਲਟਕਦਾ ਨਜ਼ਰ ਆ ਰਿਹਾ ਹੈ। ਇਹੀ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕਿ ਸੱਚਮੁੱਚ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇਸ ਦੇ ਅਸਲ ਮਾਇਨੇ ਕੀ ਨੇ, ਅਗਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ, ਹੱਲ ਤੱਕ ਵੀ ਅਸੀਂ ਜਾਵਾਂਗੇ ਤਾਂ ਕਿ ਲੋਕਾਂ ਨੂੰ ਹੱਲ ਦਾ ਪਤਾ ਲੱਗੇ, ਸੰਕਟ ਕੀ ਹੈ ਅਸਲ ਦੇ ਵਿੱਚ ਤੇ ਹੱਲ ਕੀ ਹੈ। ਸਾਡੇ ਨਾਲ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ। ਮਾਲੀ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰੰਜ। ਸਤਿ ਸ਼੍ਰੀ ਅਕਾਲ ਜੀ। ਮਾਲੀ ਸਾਹਿਬ, ਜਿਵੇਂ ਮੈਂ ਖੇਤੀ ਕਾਨੂੰਨ ਦੀ ਗੱਲ ਕੀਤੀ, ਪਹਿਲਾਂ ਆਪਾਂ ਜਿਹੜੀ ਹੁਣ ਤਾਜ਼ਾ ਘਟਨਾਕ੍ਰਮ ਹੋਇਆ ਕਿ ਕੇਂਦਰ ਨੇ ਦੁਬਾਰਾ ਸੱਦ ਲਿਆ ਕਿਸਾਨ ਜਥੇਬੰਦੀਆਂ ਨੂੰ, ਲੱਗਦਾ ਕੋਈ ਤਣ ਪੱਤਨ ਲਾਉਣਗੇ ਕਿ ਕੋਈ ਪਾਟੋ ਧਾੜ ਵਿੱਚ ਪੈ ਜਾਣੀ, ਕੋਈ ਕਲੇਸ਼ ਪੈ ਜਾਣਾ। 31 ਜਥੇਬੰਦੀਆਂ ਤੋਂ 30 ਤੋਂ 29 ਜਥੇਬੰਦੀਆਂ ਨੂੰ ਸੱਦਾ ਆ ਗਿਆ। 31-29 ਦਾ ਮਸਲਾ ਨਹੀਂ ਹੈ ਜੀ ਬੜਾ। ਇਹ ਜੀ ਸਵਾਲ ਇਹ ਆ, ਜਿੰਨੀ ਤੁਹਾਡੀ ਮਸਲੇ ਬਾਰੇ ਸਹੀ ਤੇ ਗੰਭੀਰ ਸਮਝ ਹੋ ਜੀ, ਉਹਦੇ ਕਾਰਨ ਕੀ ਨੇ ਤੇ ਉਹਦਾ ਹੱਲ ਕੀ ਆ, ਉਸ ਹਿਸਾਬ ਨਾਲ ਹੀ ਤੁਹਾਡਾ ਅੰਦੋਲਨ ਵੀ ਸਫਲਤਾ ਨਾਲ ਚੱਲੂ, ਨਿਪਟਾਰਾ ਵੀ ਸਫਲਤਾ ਨਾਲ ਹੋ ਜੀ। ਹੁਣ ਸਮੱਸਿਆ ਜਿਹੜੀ ਉਹ ਸਮੱਸਿਆ ਪੰਜਾਬ ਦਾ ਖੇਤੀ ਸੰਕਟ, ਪੰਜਾਬ ਦਾ ਖੇਤੀ ਸੰਕਟ ਸਾਰੇ ਦੇਸ਼ ਦਾ ਖੇਤੀ ਸੰਕਟ ਨਹੀਂ ਹੈ ਜੀ। ਕਿਉਂਕਿ ਖੇਤੀ ਜਦੋਂ ਰਾਜਾਂ ਨੂੰ ਦਿੱਤੀ ਹੋਈ ਸੀ ਵਿਸ਼ਾ ਸੀ, ਇਹਦਾ ਮਤਲਬ ਅੱਡ-ਅੱਡ ਰਾਜਾਂ ਦੀਆਂ ਹਾਲਤਾਂ ਹੋਰ ਨੇ। ਇਸ ਕਰਕੇ ਉਹ ਆਪਣੇ ਹਿਸਾਬ ਨਾਲ ਆਪਣੀ ਖੇਤੀ ਨੀਤੀਆਂ ਬਣਾਉਣ ਜੀ, ਉਹਦੇ ਅਨੁਸਾਰ ਜਿਹੜੀ ਦੇਸ਼ ਨੂੰ ਕੀ ਲੋੜ ਆ, ਦੇਸ਼ ਉਹਨਾਂ ਦੇ ਸਾਹਮਣੇ ਆਪਣੀਆਂ ਲੋੜਾਂ ਰੱਖੇ, ਰਾਜਾਂ ਰੱਖਣ, ਉਸ ਹਿਸਾਬ ਨਾਲ ਉਹ ਆਪਣੀ ਵਿਉਂਤਬੰਦੀ ਕਰਨ ਜੀ। ਇਸ ਕਾਨੂੰਨ ਦੇ ਝਟਕੇ ਰਾਹੀਂ ਉਹਨਾਂ ਨੇ ਖੇਤੀ ਦੀ ਉਪਜ ਕੀ ਹੋਵੇ, ਵਿਕੇ ਕਿਵੇਂ, ਬਾਹਰ ਕਿਵੇਂ ਜਾਵੇ, ਉਹਦੇ ਚੋਰ ਮੋਰੀ ਰਹੀ ਸਾਰਾ ਖੇਤੀ ਮਹਿਕਮਾ ਆਪਣੇ ਕਬਜ਼ੇ 'ਚ ਲੈ ਲਿਆ ਸੈਂਟਰ ਨੇ। ਕਹਿਣ ਨੂੰ ਚਾਹੇ ਉਹ ਕਹਿੰਦੇ ਨੇ 3 ਕਾਨੂੰਨ ਨੇ। 3 ਕਾਨੂੰਨ ਦਾ ਮਤਲਬ ਇਹ ਆ ਵੀ ਜਿਵੇਂ 1976 ਚ ਐਮਰਜੈਂਸੀ ਦੌਰਾਨ ਸਿੱਖਿਆ ਮਹਿਕਮਾ ਸੀ ਜਿਹੜਾ, ਉਹ ਇੰਦਰਾ ਗਾਂਧੀ ਦੀ ਸਰਕਾਰ ਨੇ ਰਾਜਾਂ ਤੋਂ ਲੈ ਲਿਆ ਸੀ। ਉਹਦੀਆਂ ਇੰਪਲੀਕੇਸ਼ਨ, ਅਰਥ ਸੰਭਾਵਨਾਵਾਂ ਹੁਣ ਸਿੱਖਿਆ ਨੀਤੀ ਚ ਆ ਰਹੀਆਂ, ਬੋਲੀ ਚ ਆ ਰਹੀਆਂ, ਸੱਭਿਆਚਾਰ ਚ ਆ ਰਹੀਆਂ। ਇੱਕ ਦੇਸ਼ ਨੀਤੀ ਹੋਵੇ, ਜੰਮੂ ਕਸ਼ਮੀਰ ਚ ਪੰਜਾਬੀ ਹੋਵੇ ਜਾਂ ਨਾ ਹੋਵੇ, ਉਹਦੀ ਇੰਪਲੀਕੇਸ਼ਨ ਆ ਰਹੀਆਂ ਨੇ। ਉਹ ਸਰਕਾਰ ਨੂੰ ਲਾਤਾ, ਪਰ ਕਿਸੇ ਨੇ ਉਹ ਨਹੀਂ ਬਦਲਿਆ। ਜਿੰਨੀਆਂ ਸਾਡੇ ਦੇਸ਼ ਦੇ ਵਿੱਚ ਕਾਂਗਰਸ ਸਰਕਾਰਾਂ ਤੋਂ ਲੈ ਕੇ ਤਾਕਤਾਂ ਦਾ ਕੇਂਦਰੀਕਰਨ ਹੋਇਆ, ਸੰਵਿਧਾਨ ਦੇ ਫੈਡਰਲ ਮਟਾਏ ਗਏ ਨੇ, ਉਹਦੇ ਨਾਲ ਲਗਭਗ ਸਾਰਿਆਂ ਦੀ ਸਹਿਮਤੀ ਰਹੀ ਹੈ ਤੇ ਕਿਸੇ ਨੇ ਉਹਨੂੰ ਚੈਲੰਜ ਨਹੀਂ ਕੀਤਾ। ਸਿਰਫ ਇੱਕ ਗੱਲ ਨੂੰ ਚੈਲੰਜ ਕੀਤਾ, ਜਿਹੜਾ ਹੱਲ ਕਰਾ ਲਿਆ ਨੇ, ਵੀ ਖੇਤਰੀ ਪਾਰਟੀ ਦੀਆਂ ਸਰਕਾਰਾਂ ਤੋੜਨ ਦਾ ਸਿਲਸਿਲਾ ਬੰਦ ਹੋਵੇ, ਉਲਟਾਉਣ ਦਾ ਸਿਲਸਿਲਾ ਬੰਦ ਹੋਵੇ, ਤੇ ਉਹਦੀ ਖਾਤਰ ਨਿਯਮ ਪਾਸ ਕਰਾ ਲਏ ਵੀ ਪਾਰਲੀਮੈਂਟ ਤੋਂ ਪ੍ਰਵਾਨਗੀ ਲੈਣੀ ਪਊ। ਦਲ ਬਦਲੀ ਕਾਨੂੰਨ ਬਣਾਤਾ, ਪਾਰਟੀਆਂ ਤੋੜ ਭੰਨ ਨਾ ਹੋ ਸਕੇ। ਹੁਣ ਇਹ ਖੇਤੀ ਦਾ ਜਦੋਂ ਸੈਂਟਰ ਨੇ ਆਪਦੇ ਕੋਲੋਂ ਲਿਆ, ਸਮੱਸਿਆ ਕੀ ਆ? ਪੰਜਾਬ ਦੇ ਵਿੱਚ ਜਿਹੜਾ ਹਰਾ ਇਨਕਲਾਬ ਆਇਆ, ਦੇਖੋ ਪੰਜਾਬ ਦੀ ਤਾਂ ਲੋੜ ਨਹੀਂ ਸੀ। ਬਿਲਕੁਲ, ਪੰਜਾਬ ਤਾਂ ਪਹਿਲਾਂ ਕੁਦਰਤੀ ਖੇਤੀ ਕਰ ਰਿਹਾ ਸੀ, ਬਿਲਕੁਲ ਸਵੈ ਨਿਰਭਰ ਸੀ, ਪਰ ਇੱਕ ਦੇਸ਼ ਦੀ ਲੋੜ ਸੀ ਵੀ ਅਨਾਜ ਦਾ ਉਤਪਾਦਨ ਘੱਟ ਉਹ ਕੀਤਾ ਜਾਵੇ। ਉਹਨਾਂ ਨੇ ਅਰਬਾਂ ਖਰਬਾਂ ਰੁਪਏ ਖਰਚ ਕੇ ਇਹ ਮਾਡਲ ਸਾਡੇ ਲਾਗੂ ਕੀਤਾ। ਹੁਣ ਇਹ ਮਾਡਲ ਦੇ ਗਾਹਾਂ ਸਿੱਟੇ ਕੀ ਆ ਗਏ, ਜਿਹੜੇ ਉਦੋਂ ਵਿਗਿਆਨੀਆਂ ਨੇ ਵੀ ਸੋਚੇ, ਸਿਆਸਤਦਾਨਾਂ ਨੇ ਵੀ ਸੋਚਿਆ, ਇਹਦੇ ਨਾਲ ਪੰਜਾਬ ਤਬਾਹ ਹੋ ਗਿਆ। ਸਾਡਾ ਸੰਦੇਸ਼, ਸਾਡਾ ਨਾਰਾ ਕੀ ਆ, ਜਾਂ ਸਾਡਾ ਜਿਉਣ ਜਾਚ ਕੀ ਆ? ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹਤ। ਇਸ ਮਾਡਲ ਨੇ ਤਿੰਨਾਂ ਨੂੰ ਤਬਾਹ ਕਰਤਾ। ਹੁਣ ਕੀ ਹੈ, ਇਹ ਜਿਹੜਾ ਮਾਡਲ ਆ ਖੇਤੀ ਦਾ, ਪੰਜਾਬ ਲਈ ਤਬਾਹੀ ਦਾ ਕਾਰਨ ਬਣ ਰਿਹਾ। ਕੇਂਦਰ ਸਰਕਾਰ ਨੂੰ ਇਹ ਲੱਗ ਰਿਹਾ ਵੀ ਸਾਡੇ ਤੇ ਭਾਰ ਹੈ ਇਹ, ਕਿਉਂਕਿ ਉਹਨਾਂ ਵੇਲਿਆਂ 'ਚ ਮਿਨੀਮਮ ਸਪੋਰਟ ਪ੍ਰਾਈਸ ਲਾਗੂ ਕੀਤੀ ਤੇ ਫੈਸਲਾ ਕੀਤਾ ਵੀ ਆਹ ਏਰੀਆ ਦੇ ਵਿੱਚੋਂ ਅਸੀਂ ਦਾਣਾ ਖਰੀਦਾਂਗੇ ਕਣਕ ਤੇ ਝੋਨੇ ਦਾ। ਹੁਣ ਦੇਸ਼ ਦੇ ਵਿੱਚ ਅਨਾਜ ਉਤਪਾਦਨ ਹੋਣ ਲੱਗ ਗਿਆ। ਮੱਧ ਪ੍ਰਦੇਸ਼ 'ਚ ਪੰਜਾਬ ਨਾਲ ਵੱਧ ਕਣਕ ਹੋ ਗਈ। ਹੁਣ ਉਹ ਇਹ ਤੋਂ ਖਹਿੜਾ ਛਡਾਉਣਾ ਚਾਹੁੰਦੇ ਇਸ ਮਾਡਲ ਤੋਂ। ਪੰਜਾਬ ਦੀ ਵੀ ਲੋੜ ਹੈ ਮਾਡਲ ਬਦਲਿਆ ਜਾਵੇ, ਪਰ ਕੇਂਦਰ ਸਰਕਾਰ ਨੇ ਇਸ ਮਾਡਲ ਬਦਲਣ ਨੂੰ ਜਿਹੜਾ ਢੰਗ ਤਰੀਕਾ ਅਪਣਾਇਆ, ਉਹ ਅਪਣਾਇਆ ਕਿਸਾਨਾਂ ਦੀ ਕੀਮਤ ਤੇ। ਅਰਬਾਂ ਖਰਬਾਂ ਰੁਪਏ ਖਰਚ ਕੇ ਤੁਹਾਨੂੰ ਇੱਕ ਗਲੀ 'ਚ ਧੱਕਤਾ ਨੇਰ ਸੁਰੰਗ 'ਚ, ਤੇ ਹੁਣ ਕਹਿੰਦੇ ਹੋ ਜੀ ਇਹ 'ਚੋਂ ਆਪਦੇ ਆਪ ਬਾਹਰ ਨਿਕਲੋ।
ਉਹਦੇ ਖਾਤਰ ਨੇ ਸਾਰੇ ਕਾਨੂੰਨ ਨੇ, ਤਾਕਤਾਂ ਦਾ ਕੇਂਦਰੀਕਰਨ ਕਰ ਲਿਆ ਜੀ। ਸਾਰਾ ਖੇਤੀ ਮਹਿਕਮਾ ਆਪਦੇ ਹੱਥ 'ਚ ਲੈ ਲਿਆ। ਕਿਸਾਨਾਂ ਨੂੰ ਇਹ ਕਹਿਤਾ ਵੀ ਆਹ ਗੱਲਾਂ ਹੁਣ ਤੁਸੀਂ ਆਪ ਕਰੋ ਜੀ, ਕੰਟਰੈਕਟ ਖੇਤੀ ਕਰੋ ਜੀ, ਜਾਂ ਆਹ ਤੁਸੀਂ ਕਰੋ, ਆਹ ਤੁਸੀਂ ਕਰੋ। ਇਹ ਸਮੱਸਿਆ ਮਤਲਬ ਕਿ ਜਿਹੜਾ ਪੰਜਾਬ ਦੀ ਮਾੜੀ ਮੋਟੀ ਲੰਗੜੀ ਖੁਦ ਮੁਖਤਿਆਰੀ ਜਿਹਨੂੰ ਆਪਾਂ ਕਹਿ ਲਈਏ, ਉਹ ਸਾਰੀ ਉਹ ਵੀ ਕੇਂਦਰ ਦੇ ਹੱਥਾਂ ਵਿੱਚ ਹੁਣ ਚਲੇਗੀ। ਹੁਣ ਪੰਜਾਬ ਬਿਲਕੁਲ ਹੀ ਲੰਗੜਾ ਕਰ ਦਿੱਤਾ। ਹੁਣ ਕੰਪਨੀਆਂ ਆਉਣਗੀਆਂ, ਦੇਖੋ ਇਹ ਜਿਹੜਾ ਪ੍ਰਚਾਰ ਆ ਇਹ ਸਹੀ ਪ੍ਰਚਾਰ ਨਹੀਂ ਹੈ ਵੀ ਉਹ ਤੁਹਾਨੂੰ ਜੀ 2 ਸਾਲ ਕਣਕ ਝੋਨੇ ਦੀ ਵੱਧ ਕੀਮਤ ਦੇ ਦੇਣਗੇ 100 ਰੁਪਇਆ, ਫਿਰ ਮੰਡੀ ਤਬਾਹ ਹੋ ਜੂ, ਫਿਰ ਤੁਹਾਨੂੰ ਘੱਟ ਦੇਣਗੇ। ਕਿਸੇ ਕੰਪਨੀ ਨੇ ਕਣਕ ਝੋਨਾ ਨਹੀਂ ਖਰੀਦਣਾ। ਕਣਕ ਤੇ ਝੋਨਾ ਸਾਰੇ ਮੁਲਕ ਦੇ ਵਿੱਚ 1100 ਤੋਂ 1300 ਰੁਪਏ ਕੁਇੰਟਲ ਮਿਲਦਾ ਜੀ। ਤੇ ਕੋਈ ਕੰਪਨੀ ਜਿਹੜੇ ਵਪਾਰ ਕਰਦੇ ਨੇ ਉਹ ਇੱਥੋਂ 2100 ਰੁਪਏ ਖਰੀਦ ਕੇ ਉਹਦਾ ਕਰਨਗੇ ਕੀ ਜੀ? ਬਿਲਕੁਲ। ਉਹ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੇ ਕਣਕ ਝੋਨੇ ਤੋਂ ਬਿਨਾਂ ਬਾਕੀ ਚੀਜ਼ਾਂ ਖਰੀਦਣੀਆਂ ਨੇ, ਇਸੇ ਕਰਕੇ ਜਿਹੜੀ ਕੰਟਰੈਕਟ ਫਾਰਮਿੰਗ ਆ ਉਹਨਾਂ ਨੇ ਲਿਆਂਦੀ ਆ ਜੀ। ਕੰਟਰੈਕਟ ਫਾਰਮਿੰਗ ਦੇ ਵਿੱਚ ਕੋਈ ਕੰਪਨੀ ਕਿਸੇ ਦੀ ਜ਼ਮੀਨ ਨਹੀਂ ਲੈ ਸਕਦੀ ਜੀ, ਕੋਈ ਕੰਪਨੀ ਠੇਕੇ ਤੇ ਨਹੀਂ ਲੈ ਸਕਦੀ ਜੀ। ਇਹ ਵੀ ਪ੍ਰਚਾਰ ਗਲਤ ਆ। ਉਹ ਜਿਹੜਾ ਪ੍ਰਚਾਰ ਕਰ ਰਹੇ ਹੋ, ਮੈਂ ਦੇਖਿਆ ਕਿ ਕਈ ਕਲਾਕਾਰ ਜਾਂ ਜ਼ਿਆਦਾਤਰ ਤਾਂ ਕਲਾਕਾਰ ਵੀ ਇਸ ਗੱਲ ਦਾ ਰੌਲਾ ਪਾ ਰਹੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ, ਤੁਹਾਨੂੰ ਜਿਹੜਾ ਉਹ ਲੇਬਰ ਬਣਾ ਲੈਣਗੇ, ਤੁਸੀਂ ਦਿਹਾੜੀਆਂ ਕਰੋਗੇ, ਜਿਵੇਂ ਪ੍ਰਵਾਸੀ ਇੱਥੇ ਹੁੰਦੇ ਨੇ ਇੱਦਾਂ ਤੁਸੀਂ ਦਿਹਾੜੀਆਂ ਕਰਿਆ ਕਰੋ। ਕੁਝ ਇਹੋ ਜਿਹਾ ਜਿਹੜਾ ਹਊਆ ਜਿਹਾ ਬਣਾਇਆ ਜਾ ਰਿਹਾ, ਇਹ ਹੈ ਨਹੀਂ? ਬਿਲਕੁਲ ਨਹੀਂ। ਅਸਲ ਸਮੱਸਿਆ ਕੀ ਆ ਵੀ ਜਿਹੜੀ ਕੰਟਰੈਕਟ ਖੇਤੀ ਦੀਆਂ ਸ਼ਰਤਾਂ ਤੈਅ ਕੀਤੀਆਂ ਹੋਈਆਂ ਨੇ ਉਹ ਕੰਪਨੀ ਦੇ ਹੱਕ 'ਚ ਝੋਲ ਮਾਰਦੀਆਂ ਨੇ, ਕਿਸਾਨਾਂ ਦੇ ਖਿਲਾਫ ਨੇ। ਲੜਨਾ ਤਾਂ ਉਸ ਗੱਲ ਤੇ ਚਾਹੀਦਾ ਵੀ ਜਿਹੜੀਆਂ ਤੁਹਾਡਾ ਕੰਟਰੈਕਟ ਖੇਤੀ ਦੀਆਂ ਸ਼ਰਤਾਂ ਤੈਅ ਕੀਤੀਆਂ ਨੇ। ਕੀ ਸ਼ਰਤਾਂ ਤੈਅ ਕੀਤੀਆਂ? ਸ਼ਰਤਾਂ ਤੈਅ ਕੀਤੀਆਂ ਨੇ ਜੀ, ਮੰਨ ਲਓ ਤੁਹਾਡੇ ਨਾਲ ਆਹ ਹਾਲਤ ਦੇ ਵਿੱਚ ਆ ਕੇ ਉਹਨਾਂ ਨੇ ਤੈਅ ਕਰਨਾ ਵੀ ਅਸੀਂ ਆਲੂ ਬੀਜਣੇ ਆ ਜੀ, ਆਹ ਹੋਊ ਤੇ ਇਹਦਾ ਸਾਡੇ ਨਾਲ ਭਾਅ ਤੈਅ ਕਰੋ, ਅਸੀਂ ਖਰੀਦਾਂਗੇ ਜੀ। ਮੰਨ ਲਓ ਤੁਸੀਂ 8 ਰੁਪਏ ਕਿਲੋ ਤੁਸੀਂ ਜਾਂ ਉਹ 800 ਰੁਪਏ ਕੁਇੰਟਲ ਆ ਜਿਹੜਾ ਉਹਦਾ ਭਾਅ ਤੈਅ ਕਰ ਲਿਆ ਜੀ। ਮੰਡੀ ਦੇ ਵਿੱਚ 2500 ਰੁਪਏ ਕੁਇੰਟਲ ਭਾਅ ਚੱਲ ਰਿਹਾ ਉਹਦਾ ਜੀ, ਤੁਹਾਨੂੰ 8 ਦੇਣਾ ਪਊ। ਜੇ ਮੰਡੀ ਦੇ ਵਿੱਚ ਭਾਅ ਉਹਦਾ ਜਾਨੀ ਜਿਹੜਾ ਵੱਧ ਆ ਉਹ ਸਾਰਾ ਕੰਪਨੀ ਦੇ ਹੱਕ 'ਚ, ਜਦੋਂ ਘੱਟ ਆ ਉਹ ਫਿਰ ਕਿਸਾਨ ਦੇ ਹੱਕ 'ਚ। ਫਿਰ ਉਹ ਕਹਿਣਗੇ ਵੀ ਤੁਹਾਡਾ ਉਹ ਕਿਸਮ ਅਨੁਸਾਰ ਨਹੀਂ ਜੀ, ਸਟੈਂਡਰਡ ਅਨੁਸਾਰ ਨਹੀਂ ਜੀ, ਇਹ ਨਹੀਂ। ਦੂਜਾ ਉਹਨਾਂ ਦੀ ਕੋਈ ਤਬਾਹੀ ਹੋ ਜੇ ਜਾਂ ਕੋਈ ਹੋਰ ਗੱਲਾਂ ਹੋ ਜੇ, ਉਹ ਉਹਨਾਂ ਤੇ ਲੜਨਾ ਚਾਹੀਦਾ। ਦੂਜਾ ਵੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਤੁਸੀਂ ਮਿਨੀਮਮ ਪ੍ਰਾਈਸ ਤੈਅ ਕਰੋ ਜੀ, ਵੀ ਤਾਂ ਕਿ ਕੰਪਨੀਆਂ ਉਦੋਂ ਘੱਟ ਕਿਸਾਨਾਂ ਨਾਲ ਸੌਦਾ ਨਾ ਕਰ ਸਕਣ। ਤੁਸੀਂ ਆਲੂਆਂ ਦੀ ਮਤਲਬ ਕੇਂਦਰ ਨੂੰ ਚਾਹੀਦਾ ਕਿ ਕੀਮਤਾਂ ਤੈਅ ਕਰਨਾ ਨਹੀਂ। ਜਿਹੜੀਆਂ ਕੰਪਨੀਆਂ ਸਾਤੋਂ ਚੀਜ਼ਾਂ ਵਜਵਾਉਣੀਆਂ ਚਾਹੁੰਦੀਆਂ, ਸਾਤੋਂ ਦਾਲਾਂ ਵਜਵਾਉਣੀਆਂ ਚਾਹੁੰਦੀਆਂ, ਤੇਲ ਬੀਜ ਸੂਰਜਮੁਖੀ ਜਾਂ ਹੋਰ ਇਹੋ ਜਿਹਾ ਵਜਵਾਉਣਾ ਚਾਹੁੰਦੀਆਂ, ਮਤਲਬ ਟਮਾਟਰ ਬਣਾਉਣਾ, ਪੰਜਾਬ 'ਚ ਕੰਟਰੈਕਟ ਖੇਤੀ ਹੁਣ ਵੀ ਹੋ ਰਹੀ ਆ, ਕਾਫੀ ਗਿਣਤੀ 'ਚ ਹੋ ਰਹੀ ਆ। ਸੋ ਲੜਾਈ ਤਾਂ ਇੱਥੇ ਬਣਦੀ ਆ, ਪਰ ਅਸੀਂ ਉਹ ਤੇ ਫੋਕਸ ਕਰਨ ਦੀ ਥਾਂ ਅਸੀਂ ਕਹਿੰਦੇ ਸਿਰਫ ਰੱਦ ਕਰੋ ਜੀ। ਦੂਜੀ ਗੱਲ ਇਹ ਆ ਵੀ ਉਹ ਜਿਹੜੀਆਂ ਚੀਜ਼ਾਂ ਨੇ ਕਣਕ ਝੋਨੇ ਤੋਂ ਬਿਨਾਂ, ਜੇ ਇੱਥੇ ਮੰਡੀ 'ਚ ਉਹਨਾਂ ਦੀ ਖਪਤ ਨਹੀਂ ਹੁੰਦੀ, ਭਾਰਤ 'ਚ ਖਪਤ ਨਹੀਂ ਹੁੰਦੀ, ਸਰਕਾਰ ਉਹਦੇ ਮੰਡੀਕਰਨ ਦਾ ਪ੍ਰਬੰਧ ਕਰੇ, ਉਹਨਾਂ ਦੇ ਸਟੋਰੇਜ ਦਾ ਪ੍ਰਬੰਧ ਕਰੇ। ਕਿਸਾਨ ਵੇਚਣਾ ਚਾਹਣ ਵੇਚ ਲੈਣ, ਨਹੀਂ ਉਹ ਸਟੋਰ ਤਾਂ ਰੱਖ ਸਕਣ ਜੀ। ਜਦੋਂ ਕਿਸਾਨ ਦੀ ਸਟੋਰੇਜ ਦੀ ਤੁਹਾਡੇ ਕੋਲ ਕੋਈ ਪ੍ਰਬੰਧ ਨਹੀਂ, ਕਿਸਾਨ ਮਜਬੂਰ ਆ ਉਹਨਾਂ ਨੂੰ ਵੇਚਣ ਲਈ ਜਿਹੜੇ ਮਰਜ਼ੀ ਭਾਅ ਵੇਚਿਆ ਜਾਵੇ। ਬਿਲਕੁਲ। ਇੱਥੇ ਵੀ ਮੰਨ ਲਓ ਤੁਹਾਨੂੰ ਸਮੱਸਿਆ ਆਉਂਦੀ ਆ, ਤੁਸੀਂ ਕਹੋ ਵੀ ਪਾਕਿਸਤਾਨ ਨਾਲ ਸਾਡਾ ਖੁੱਲਾ ਵਪਾਰ ਹੋਣਾ ਚਾਹੀਦਾ। ਸਾਰੇ ਖੇਤੀ ਵਿਗਿਆਨੀ, ਸਿਆਸੀ ਬੰਦੇ, ਈਵਨ ਖਹਿਰਾ ਸਾਹਿਬ ਵਰਗੇ ਕਹਿੰਦੇ ਨੇ ਵੀ ਜੇ ਇਹ ਵਪਾਰ ਖੁੱਲਦਾ ਤਾਂ ਪੰਜਾਬ ਦੇ ਵਪਾਰ ਖੇਤਰ ਨੂੰ ਤੇ ਖੇਤੀ ਖੇਤਰ ਨੂੰ ਉਗਾਸਾ ਮਿਲਦਾ। ਕਿਉਂਕਿ ਕਣਕ ਝੋਨੇ ਤੋਂ ਬਿਨਾਂ ਬਾਕੀ ਉਹ ਚੀਜ਼ਾਂ ਜਿਨ੍ਹਾਂ ਦੀ ਅਰਬ ਦੇਸ਼ਾਂ ਨੂੰ ਲੋੜ ਆ, ਗਾਂਧੀ ਸਾਹਿਬ ਵੀ ਕਹਿੰਦੇ ਨੇ ਵੀ ਇਹ ਰੂਟ ਆ ਜਿਹੜਾ ਵਪਾਰ ਦਾ ਖੁੱਲਿਆ ਜਾਵੇ। ਉਹ ਸਿੱਧਾ ਕਹਿਣਾ ਚਾਹੀਦਾ ਵੀ ਪਾਕਿਸਤਾਨ ਬਾਰਡਰ ਖੋਲੋ। ਵਪਾਰ ਤਾਂ ਹੁਣ ਵੀ ਹੁੰਦਾ, ਐ ਥੋੜੋ ਪਾਕਿਸਤਾਨ ਨੂੰ ਚੀਜ਼ਾਂ ਨਹੀਂ ਜਾਂਦੀਆਂ। ਪਹਿਲਾਂ ਬੰਬੇ ਤੇ ਕਰਾਚੀ ਜਾਂਦੀ ਸੀ, ਈਵਨ ਤਾਜ ਤੇ ਹਮਲਾ ਹੋਇਆ ਉਦੋਂ ਵੀ ਉਹਨੂੰ ਹੀ ਰੋਕਿਆ। ਹੁਣ ਇਹਨਾਂ ਨੇ ਟੈਕਸ ਲਾਤੇ, ਹੁਣ ਉਹ ਬਾਇਆ ਦੁਬਈ ਜਾਂਦੇ ਨੇ ਸਾਰੇ। ਜੇ ਕਿਤੇ ਪੰਜਾਬ ਰਾਹੀਂ ਦੇਖੋ ਕਿਸਾਨ ਨੇ ਤਾਂ ਵਪਾਰ ਕਰਨਾ ਨਹੀਂ। ਪੰਜਾਬ ਦਾ ਜਿਹੜਾ ਵੀ ਵਪਾਰੀ ਵਰਗ ਆ ਉਹ ਕਿਸੇ ਵੀ ਧਰਮ ਨਾਲ ਆ, ਜੇ ਉਹ ਵਪਾਰ ਇਹਨਾਂ ਚੀਜ਼ਾਂ ਦੇ ਵਿੱਚ ਪੈਂਦਾ ਉਹਨੂੰ ਵੀ ਮੁਨਾਫਾ ਹੋ। ਤੇ ਸਰਕਾਰ ਇਸ ਪਾਸੇ ਵੱਲ ਕਦਮ ਕਿਉਂ ਨਹੀਂ ਚੁੱਕਦੀ? ਕਦਮ ਇਸ ਕਰਕੇ ਨਹੀਂ ਚੁੱਕਦੀ, ਜਿਹੜਾ ਅਸਲ 'ਚ ਭਾਰਤੀ ਰਾਸ਼ਟਰਵਾਦ ਆ ਨਾ ਜੀ, ਇਹ ਜੇ ਇਹਨੂੰ ਸਖਤ ਸ਼ਬਦਾਂ 'ਚ ਕਹੀਏ ਬੱਚੇ ਖਾਣੀ ਸੱਪਣੀ ਆ। ਇਹ ਇੱਕ ਨਾ ਆਪਣਾ ਦੁਸ਼ਮਣ ਖੜਾ ਕਰਕੇ ਰੱਖਣਾ ਚਾਹੁੰਦੀ ਆ। ਜਦੋਂ ਤੱਕ ਇੱਕ ਦੁਸ਼ਮਣ ਨਾ ਖੜਾ ਕਰੇ, ਉਹਦਾ ਪਾਕਿਸਤਾਨ ਨਾਲ ਲਿੰਕ ਨਾ ਜੋੜੇ, ਵਿਦੇਸ਼ੀ ਏਜੰਸੀਆਂ ਨਾਲ ਲਿੰਕ ਨਾ ਜੋੜੇ, ਉਦੋਂ ਤੱਕ ਭਾਰਤ ਦੇ ਵਿੱਚ ਹਿੰਦੂਤਵ ਨਹੀਂ ਉੱਭਰਦਾ, ਦੇਸ਼ ਨੂੰ ਖਤਰੇ ਦੀ ਦੁਹਾਈ ਨਾ ਪਾਵੇ। ਹੁਣ ਜੇ ਪਾਕਿਸਤਾਨ ਨਾਲ ਬਾਰਡਰ ਖੋਲਦੇ ਆ, ਨਵਜੋਤ ਸਿੰਘ ਸਿੱਧੂ ਦਾ ਕੀ ਕਸੂਰ ਸੀ? ਉਹਨੇ ਸਿਰਫ ਇਹੀ ਕਿਹਾ ਸੀ ਨਾ ਵੀ ਬਾਬੇ ਨਾਨਕ ਦਾ ਇਹ ਸੰਦੇਸ਼ ਆ, ਜੀਵੇ ਪਾਕਿਸਤਾਨ, ਜੀਵੇ ਹਿੰਦੁਸਤਾਨ, ਜੀਵੇ ਬ੍ਰਹਮੰਡ। ਸਾਡੇ ਬਾਰਡਰ ਖੁੱਲਣ, ਵਪਾਰ ਹੋਵੇ, ਅਮਨ ਸ਼ਾਂਤੀ ਹੋਵੇ, ਤੇ ਜਿਹੜੇ ਬੱਚਿਆਂ ਦੀਆਂ ਲਾਸ਼ਾਂ ਦੋਹਾਂ ਪਾਸੇ ਬਜ਼ੁਰਗ ਫੌਜੀਆਂ ਦੇ ਮੋਢਿਆਂ ਤੇ ਢੋਂਦੇ ਨੇ, ਉਹ ਅਮਨ ਸ਼ਾਂਤੀ ਹੋਵੇ। ਤੇ ਤੁਸੀਂ ਦੇਖ ਲਓ ਨਵਜੋਤ ਸਿੰਘ ਨੂੰ, ਠੀਕ ਆ ਡਟਿਆ ਰਿਹਾ, ਅੜਿਆ ਰਿਹਾ, ਪਿੱਛੇ ਨਹੀਂ ਹਟਿਆ,
ਪਰ ਸਾਰੇ ਉਹਦੇ ਦੁਸ਼ਮਣ ਬਣ ਗਏ। ਮੋਦੀ ਤੋਂ ਪਹਿਲਾਂ ਕੈਪਟਨ ਤੋਂ ਪਹਿਲਾਂ ਹਰਸਿਮਰਤ। ਉਹ ਵੱਖਰੀ ਗੱਲ ਆ ਕਿ ਅੱਜ ਦੀ ਹਾਲਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੋਲ ਰਿਹਾ, ਪਰ ਕਰਤਾਰਪੁਰ ਦਾ ਜਿਹੜਾ ਸੰਦੇਸ਼ ਆ ਜਿਹਦਾ ਸਿੱਧਾ ਸੰਬੰਧ ਆ ਖੇਤੀ ਆਰਡੀਨੈਂਸ ਨਾਲ, ਉਹ ਵੀ ਚੁੱਪ ਆ। ਸਿਆਸੀ ਪਾਰਟੀਆਂ, ਕਿਸਾਨ ਯੂਨੀਅਨਾਂ ਇਹ ਇੰਨੀਆਂ ਡਰਾ ਲੀਆਂ ਰਾਸ਼ਟਰਵਾਦ ਦੇ ਭੂਤ ਨਾਲ ਵੀ ਇਹ ਪਾਕਿਸਤਾਨ ਨਾਲ ਬਾਰਡਰ ਖੋਲ੍ਹਣ ਦੀ ਗੱਲ ਨਹੀਂ ਕਰਦੀ। ਆਪਣੇ ਭਾਵੇਂ ਦੇਸ਼ 'ਚ ਭਾਵੇਂ ਭੁੱਖਮਰੀ ਪੈਦਾ ਹੋ ਜੇ, ਪਰ ਦੁਸ਼ਮਣ ਨਾਲ ਜਿਹੜੀ ਉਹ ਦੁਸ਼ਮਣੀ ਜਿਹੜੀ ਉਹ ਸ਼ੋਅ ਕਰਨੀ ਹੈ। ਰਾਸ਼ਟਰਵਾਦ ਦਾ ਜਿਹੜਾ ਉਹ ਡੰਕਾ ਵਜਾ ਕੇ ਰੱਖਣਾ। ਹਾਲਾਂਕਿ ਨਵਜੋਤ ਸਿੰਘ ਵੀ ਰਾਸ਼ਟਰਵਾਦੀ ਹੈ ਸਿੱਧੂ, ਪਰ ਉਹਦਾ ਪ੍ਰਵਚਨ ਇਹ ਆ ਵੀ ਅਮਨ ਸ਼ਾਂਤੀ ਜੀ ਜਿਹੜਾ ਦਾ ਹਾਲ ਆ ਸਾਡੇ ਏਸ਼ੀਆ 'ਚ ਮੁਲਕਾਂ ਦਾ, ਅਸੀਂ ਹਥਿਆਰਾਂ ਤੇ ਲੜਾਈ ਵੱਲੋਂ ਖਰਚਣ ਦੀ ਥਾਂ ਉਹ ਪੈਸੇ ਲੋਕਾਂ ਦੀ ਭਲਾਈ ਲਈ ਖਰਚੋ। ਬਹੁਤ ਵਿਗਿਆਨੀ, ਬਹੁਤ ਸਿਆਸਤਦਾਨ ਵੀ ਇਹੀ ਗੱਲ ਕਹਿੰਦੇ ਨੇ। ਮਾਲੀ ਸਾਹਿਬ, ਜਿਹੜਾ ਕਿਸਾਨ ਇਹ ਗੱਲ ਕਰ ਰਹੇ ਨੇ ਕਿ MSP ਕਾਨੂੰਨ ਵਿੱਚ ਪਾ ਕੇ ਸਾਨੂੰ ਜਿਹੜਾ ਉਹ ਭਰੋਸਾ ਤਾਂ ਹੁੰਦਾ, ਤੁਸੀਂ ਮੰਨਦੇ ਹੋ ਕਿ ਜੇ MSP ਕਾਨੂੰਨ ਵਿੱਚ ਪੈ ਜਾਂਦੀ ਹੈ ਫਿਰ ਮਸਲੇ ਦਾ ਹੱਲ ਹੋ ਜਾਊਗਾ? ਪਹਿਲੀ ਗੱਲ ਤਾਂ ਇਹੀ ਸਮਝਣ ਦੀ ਲੋੜ ਆ ਨਾ ਜੀ ਵੀ MSP ਹੈ ਕੀ ਚੀਜ਼ ਜੀ। MSP ਤੈਅ ਕਰਨ ਦੀ ਫਾਰਮੂਲਾ ਇਹੋ ਜਿਹਾ ਬਣਾਇਆ ਹੋਇਆ ਜਿਹਨੇ ਹੁਣ ਤੱਕ ਪੰਜਾਬ ਦਾ ਖੂਨ ਨਿਚੋੜਿਆ। ਹੁਣ ਤੱਕ ਪੰਜਾਬ ਦੀ ਪੋਜੀਸ਼ਨ ਇਹ ਰਹੀ ਆ ਵੀ MSP ਆ ਜਿਹੜੀ ਇਹਨੇ ਸਾਨੂੰ ਕਰਜ਼ਾਈ ਕਰਤਾ, ਇਹਨੇ ਖੇਤੀ ਖੁਦਕਸ਼ੀਆਂ ਦੀ ਕਰਨ ਲਾਤੀ। ਉਹੀ MSP ਹੈ ਨਾ ਜੀ, ਜਿਹਨੂੰ ਅਸੀਂ ਕਹਿੰਦੇ ਉਹਨੂੰ ਬਹਾਲ ਰੱਖੋ। ਬਹਾਲ ਰਹਿਣੀ ਵੀ ਚਾਹੀਦੀ ਆ, ਖਰੀਦਣ ਦੀ ਗਰੰਟੀ ਵੀ ਚਾਹੀਦੀ ਆ, ਪਰ ਉਹਦਾ ਤਰਕ ਐਡਾ ਗਲਤ ਆ। ਤੁਸੀਂ ਅੰਦੋਲਨ ਦੇਖੋ, ਭਾਰਤੀ ਕਿਸਾਨ ਯੂਨੀਅਨ ਅੰਦੋਲਨ 1982 ਚ ਜਦੋਂ ਪੰਜਾਬ ਦੇ ਹੱਕਾਂ ਦਾ ਮੋਰਚਾ ਸੀ, ਪੰਜਾਬ ਦੇ ਪਾਣੀਆਂ ਦਾ ਮੋਰਚਾ ਸੀ, ਉਦੋਂ ਲੱਖੋਵਾਲ ਤੇ ਰਾਜੇਵਾਲ ਸਾਹਿਬ ਨੇ ਚੰਡੀਗੜ੍ਹ ਮੋਰਚਾ ਲਾਇਆ ਕਿਸਾਨਾਂ ਦੀਆਂ ਆਰਥਿਕ ਮੰਗਾਂ ਦਾ। ਉਹ ਛੱਡ ਕੇ, ਪੰਜਾਬ ਦੇ ਹਿੱਤਾਂ ਦੀ ਲੜਾਈ ਛੱਡ ਕੇ ਸਾਨੂੰ ਆਰਥਿਕ ਰਾਹਤਾਂ ਮਿਲਣੀਆਂ ਚਾਹੀਦੀਆਂ, ਸਾਡਾ ਕੀਮਤ ਸੂਚਕਾਂਕ ਨਾਲ ਕਿਸਾਨਾਂ ਜਿਣਸਾਂ ਦੇ ਭਾਅ ਜੋੜੇ ਜਾਣੇ ਚਾਹੀਦੇ। ਭੁਲਾਏ ਦਿੱਤਾ ਜੀ, ਮੁੜ ਕੇ ਕਿੱਧਰ ਗਿਆ? ਫਿਰ ਸਵਾਮੀਨਾਥਨ ਨਾਲ ਆ ਗਿਆ। ਸਵਾਮੀਨਾਥਨ ਨਾਲ ਆ ਗਿਆ ਜਦੋਂ, ਉਹਦੇ ਵਿੱਚ ਕਹਾ ਆ ਗਿਆ ਵੀ C2 ਕਰੋ। ਜੇ C2 ਵੀ ਕਰ ਲਓ ਪੰਜਾਬ ਤਾਂ ਵੀ ਨਹੀਂ ਬਚਦਾ। C2 ਕੀ ਚੀਜ਼? C2 ਦਾ ਮਤਲਬ ਤੁਸੀਂ ਜ਼ਮੀਨ ਦਾ ਠੇਕਾ ਵੀ ਉਹਦੇ ਵਿੱਚ ਗਿਣੋ, ਪਰਿਵਾਰ ਦੀ ਮਿਹਨਤ ਵੀ ਗਿਣੋ, ਜਿਹੜਾ ਮੰਡੀ ਤੱਕ ਲਿਜਾਣ ਦਾ ਖਰਚਾ ਉਹਦੀ ਕਾਸਟ ਆਫ ਪ੍ਰੋਡਕਸ਼ਨ ਦੇ ਵਿੱਚ ਸ਼ਾਮਲ ਕਰੋ। ਹੁਣ ਇਹ ਕੀ ਕਰਦੇ ਨੇ ਜੀ, ਪੰਜਾਬ ਦੇ ਵਿੱਚ ਕਾਸਟ ਆਫ ਪ੍ਰੋਡਕਸ਼ਨ ਆ ਜਿਹੜੀ ਸਾਰੀਆਂ ਚੀਜ਼ਾਂ ਦੀ ਜ਼ਿਆਦਾ ਆ ਸਾਰੇ ਮੁਲਕ ਨਾਲੋਂ। ਮੁਲਕ ਦੇ ਵਿੱਚ ਅੱਡ-ਅੱਡ, ਕਿਉਂਕਿ ਖੇਤੀ ਦੀ ਹਾਲਤ ਅੱਡ ਆ, ਜ਼ਮੀਨ ਦੀ ਸ਼ਕਤੀ ਅੱਡ ਆ, ਤੁਸੀਂ ਚੀਜ਼ਾਂ ਕੀ ਵਰਤਦੇ ਹੋ। ਅਸੀਂ ਹੁਣ ਤੁਸੀਂ ਇੱਕ ਵੱਡੀ ਗੱਲ ਦੇਖੋ, ਪੰਜਾਬ ਦੇ ਪਾਣੀ ਦਾ ਜਿਹੜਾ ਸੰਕਟ ਆ, ਜਿਹੜਾ ਆਪਾਂ ਕਹਿੰਦੇ ਪੰਜਾਬ ਦੇ ਪਾਣੀ ਦੇ ਟੱਕ, ਪਣ ਬਿਜਲੀ ਦਾ ਸੰਕਟ ਆ, ਖੇਤੀ ਸੰਕਟ 'ਚ ਉਹਦਾ ਬਹੁਤ ਵੱਡਾ ਰੋਲ ਆ। ਪਰ ਕਿਸਾਨ ਯੂਨੀਅਨ ਨੇ ਉਹ ਤੋਂ ਮੂੰਹ ਪੁਆ ਰੱਖਿਆ। ਸਾਡੀਆਂ ਮੋਟਰਾਂ, ਨਹਿਰੀ ਪਾਣੀ ਤਬਾਹ ਹੋ ਗਿਆ। ਨਹਿਰੀ ਪਾਣੀ ਜਿਹੜਾ ਫਸਲਾਂ ਲਈ ਆ ਧਰਤੀ ਹੇਠਲੇ ਪਾਣੀ ਨਾਲੋਂ ਲਾਹੇਵੰਦ ਆ। ਹੁਣ ਤਾਂ ਅਸੀਂ ਧਰਤੀ ਦਾ ਉੱਪਰਲਾ ਜਿਹੜਾ ਮਿੱਠਾ ਪਾਣੀ ਆ ਉਦੋਂ ਹੇਠਾਂ ਚਲੇ ਗਏ। ਇਹ ਕਿਸਾਨ ਮੋਟਰਾਂ ਡੂੰਘੀਆਂ ਲਾਉਂਦੇ ਨੇ, 2-2 ਲੱਖ ਦੇ ਬੋਰ ਕਰਾਉਂਦੇ ਨੇ, ਮੋਟਰਾਂ ਦੀਆਂ ਪਾਵਰਾਂ ਵਧਾਉਂਦੇ ਨੇ, ਪਰ ਇਹ ਪਾਣੀ ਵਾਰੀ ਤੇ ਨਹਿਰੀ ਸਿੰਚਾਈ ਸਿਸਟਮ ਬਹਾਲ ਕਰੇ ਜਾਂ ਉਹਦੀ ਕੀਤੀ ਏ, ਉਹਦੇ ਬਾਰੇ ਨਹੀਂ ਗੱਲ ਕਰਦੇ। ਕਿਉਂ ਨਹੀਂ ਗੱਲ ਕਰਦੇ? ਗੱਲ ਇਸ ਕਰਕੇ ਨਹੀਂ ਕਰਦੇ ਕਿਉਂਕਿ ਫਿਰ ਪੰਜਾਬ ਸੈਂਟਰਿਕ ਗੱਲ ਹੁੰਦੀ ਹੈ। ਫਿਰ ਇਹ ਸਵਾਲ ਆਉਂਦਾ ਵੀ ਪੰਜਾਬ ਨਾਲ ਧੱਕਾ ਤੇ ਵਿਤਕਰਾ ਹੋਇਆ। ਪੰਜਾਬ ਨਾਲ ਜੋ ਸੂਬਾ ਬਣਿਆ, ਜਦੋਂ ਜੋ ਕਾਨੂੰਨ ਦੂਜੇ ਰਾਜਾਂ ਨੂੰ ਬਣਾਉਣ ਵੇਲੇ ਕੀਤੇ ਲਾਗੂ, ਪੰਜਾਬ 'ਚੋਂ ਲਾਗੂ ਨਹੀਂ ਕੀਤੇ। ਪੰਜਾਬੀ ਸੂਬਾ ਨਹੀਂ ਅਸਲ 'ਚ ਇਹਨਾਂ ਨੇ ਬਣਾਇਆ, ਇਹਨਾਂ ਨੇ ਪੰਜਾਬ ਦੀ ਵੰਡ ਕੀਤੀ ਆ। ਇਸੇ ਕਰਕੇ ਰਾਜਧਾਨੀ ਦਾ ਪੰਗਾ ਅੜਿਆ ਹੋਇਆ, ਇਸੇ ਕਰਕੇ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਗਾ ਅੜਿਆ ਹੋਇਆ, ਤੇ ਇਸੇ ਕਰਕੇ ਮਤਲਬ ਪਾਣੀਆਂ ਦਾ ਪੰਗਾ ਅੜਿਆ ਹੋਇਆ। ਇਹ ਸਮੱਸਿਆ ਇਹਨੂੰ ਇਹ ਸਮੋਧਨ ਨਹੀਂ ਹੋਣਾ ਚਾਹੁੰਦੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ MSP ਤੇ। ਇਸ ਕਰਕੇ ਕਿ ਯੂਨੀਵਰਸਿਟੀ PAU ਇਹ ਲਿਖ ਕੇ ਦਿੰਦੀ ਆ ਵੀ ਸਾਡਾ ਕਣਕ ਤੇ ਜੀ 2700 ਰੁਪਏ ਕੁਇੰਟਲ ਖਰਚ ਆਉਂਦਾ ਪੈਦਾਵਾਰ ਦਾ। ਸਵਾਮੀਨਾਥਨ ਇਹ ਕਹਿੰਦਾ ਵੀ 50% ਜ਼ਿਆਦਾ ਦਿਓ। ਝੋਨੇ ਤੇ ਸਾਡਾ ਇੰਨਾ ਹੁੰਦਾ। ਉੜੀਸਾ ਵਾਲੇ ਕਹਿੰਦੇ ਨੇ ਸਾਡਾ 1100 ਰੁਪਏ ਕੁਇੰਟਲ ਹੁੰਦਾ। ਮੱਧ ਪ੍ਰਦੇਸ਼ ਵਾਲੇ ਕਣਕ ਤੇ ਕਹਿੰਦੇ ਨੇ ਸਾਡਾ 900 ਰੁਪਏ ਹੁੰਦਾ। ਉਦਾਹਰਨ ਦੇ ਤੌਰ ਤੇ, ਐਗਜ਼ੈਕਟ ਰਿਪੋਰਟਾਂ ਨਹੀਂ ਮੇਰੇ ਕੋਲੇ, ਪਰ ਬਹੁਤ ਵੱਡਾ ਪਾੜਾ। ਇਹ ਹੁਣ ਕੀ ਕਰਦੇ ਆ, ਸਾਰੇ ਦੇਸ਼ ਦੀ ਕਾਸਟ ਕੱਢ ਕੇ ਉਹਦਾ ਔਸਤਨ ਕੱਢ ਦਿੰਦੇ ਆ। ਜਦੋਂ ਔਸਤਨ ਕੱਢਦੇ ਆ ਉਹ 'ਚ ਪੰਜਾਬ ਰਗੜਿਆ ਜਾਂਦਾ। ਮੈਂ ਇਹ ਕਹਿੰਦਾ ਵੀ ਜੇ ਸਵਾਮੀਨਾਥਨ ਕਮਿਸ਼ਨ ਦੀ ਉਹ ਭਾਅ ਤੈਅ ਕਰਨ ਵਾਲਾ ਪੂਰਾ ਫਾਰਮੂਲਾ ਵੀ ਲਾਗੂ ਹੋ ਜੇ, ਪੰਜਾਬ ਫੇਰ ਵੀ ਨਹੀਂ ਬਚਦਾ। ਕਿਉਂਕਿ ਹੁਣ ਤਾਂ ਕਹਿਣ ਲੱਗੇ ਨਾ ਵੀ ਅਸੀਂ ਲਾਗੂ ਕਰਤੀ ਜੀ। ਈਵਨ ਦਿੱਲੀ ਵਾਲੇ ਕਹਿਣ ਲੱਗੇ, ਆਪ ਵਾਲੇ, ਉਹ ਸੱਚਾ ਕਿ ਝੂਠ, ਵੀ ਅਸੀਂ 2600 ਰੁਪਇਆ ਕੁਇੰਟਲ ਦਿੰਨੇ ਆ ਜੀ ਕਣਕ ਦਾ। ਉੱਥੇ ਚਲੋ ਉੱਥੇ ਇਹ ਅੱਡ ਗੱਲ ਹੈ, 20,000 ਏਕੜ ਭੂਮੀ ਆ, ਉੱਥੇ ਕਣਕ ਦੀ ਖਰੀਦ ਨਹੀਂ ਹੈ। FCA ਦੀ ਸਮੱਸਿਆ ਹੋਰ ਤਰ੍ਹਾਂ ਦੀ ਹੈ। ਸੋ ਇਹ ਜਿਹੜਾ ਫਾਰਮੂਲਾ ਇਹ ਚਾਹੀਦਾ ਫੈਡਰਲ ਨਿਯਮਾਂ ਦੇ ਆਧਾਰ ਤੇ। ਫੈਡਰਲ ਨਿਯਮਾਂ ਦਾ ਮਤਲਬ ਕੀ ਆ, ਪੰਜਾਬ ਨੂੰ ਤੁਸੀਂ 3500 ਰੁਪਏ ਕੁਇੰਟਲ ਦਿਓ, ਮੱਧ ਪ੍ਰਦੇਸ਼ ਨੂੰ ਤੁਸੀਂ 1500 ਰੁਪਏ ਕੁਇੰਟਲ ਦਿਓ, ਬੰਗਾਲ ਨੂੰ ਜਾਨੀ ਜ਼ੋਨ ਬਣਾਓ ਜਿਹੜੇ ਕਾਸਟ ਆਫ ਪ੍ਰੋਡਕਸ਼ਨ ਦੇ ਸਾਂਝੇ ਨੇ, ਜ਼ੋਨਾਂ ਮੁਤਾਬਕ ਕੀਮਤ ਤੈਅ ਕਰੋ, ਸਰਕਾਰ ਖਰੀਦੇ, ਕੌਮ ਕੀਮਤ ਤੇ ਵੰਡ ਦੇ। ਹੁਣ ਵੀ ਇੰਨੀ ਮਹਿੰਗੀ ਕਣਕ ਖਰੀਦ ਕੇ 2 ਰੁਪਏ 4 ਕਿਲੋ ਦਿੰਦੀ ਆ ਨਾ ਗਰੀਬਾਂ ਨੂੰ। ਉਸ ਪਾਸੇ ਜਦੋਂ ਤੱਕ ਅਸੀਂ ਨਹੀਂ ਤੁਰਦੇ, ਇਸ ਕਰਕੇ MSP ਦਾ ਤਰੀਕਾਕਾਰ ਆ ਜਿਹੜਾ, ਉਹ ਤੇ ਵੀ ਕਿਸਾਨਾਂ ਨੂੰ ਪੋਜੀਸ਼ਨ ਲੈਣੀ ਚਾਹੀਦੀ ਵੀ ਬਦਲੋ। ਇਹ ਉਹਨੂੰ ਫੈਡਰਲ ਕਰੋ
ਇਲਾਕਿਆਂ ਅਨੁਸਾਰ ਕਰੋ, ਇਹ ਕਹਿਣ ਦੀ ਤਾਂ C2 ਕਰੋ ਜੀ, ਕੱਲ ਨੂੰ ਮੰਨ ਲਓ ਉਹਨਾਂ ਨੇ C2 ਵੀ ਕਰਤਾ, ਫਿਰ ਤੁਸੀਂ ਕੀ ਕਹੋਗੇ? ਜਾਣੀ ਰੀਅਲ ਜਿਹੜੀ ਸਮੱਸਿਆ ਉਹ ਤੋਂ ਵੈਸੇ ਸਮੁੱਚੇ ਤੌਰ ਤੇ ਮੈਂ ਤਾਂ ਇਹੀ ਕਹਿਣਾ ਹੁੰਦਾ, ਅਸੀਂ ਸਾਰੇ ਪੰਜਾਬੀ ਬੌਧਿਕ ਤੌਰ ਤੇ ਕੰਗਾਲ ਆ ਜੀ। ਉਹੀ ਸਾਡੇ ਬੁੱਧੀਜੀਵੀਆਂ 'ਚ ਗੱਲ ਝਲਕਦੀ ਆ, ਉਹੀ ਪੱਤਰਕਾਰਾਂ 'ਚ ਝਲਕਦੀ ਆ, ਉਹੀ ਮਤਲਬ ਕਿਸਾਨ ਯੂਨੀਅਨ ਦੇ ਲੀਡਰਾਂ ਦੇ ਵਿੱਚ ਝਲਕਦੀ ਆ, ਉਹੀ ਸਿਆਸੀ ਲੀਡਰਸ਼ਿਪ 'ਚ ਝਲਕਦੀ ਆ। ਸਰਦਾਰਾ ਸਿੰਘ ਜੌਹਲ ਜਿਹੜੀਆਂ ਗੱਲਾਂ ਕਹਿੰਦੇ ਨੇ, ਉਹਨਾਂ ਦੀਆਂ ਗੱਲਾਂ ਗਲਤ ਨਹੀਂ ਵੀ ਪੰਜਾਬ ਦੀਆਂ ਸਰਕਾਰਾਂ ਅਕਾਲੀ ਕਾਂਗਰਸਾਂ ਨੇ ਵੀ ਇਹੀ ਕੁਝ ਕੀਤਾ, ਉਹਨਾਂ ਨੇ ਵੀ ਪੰਜਾਬ ਦੀ ਤਬਾਹੀ ਕੀਤੀ ਆ, ਕਿਉਂਕਿ ਬੁਨਿਆਦੀ ਤੌਰ ਤੇ ਇਹ ਸਾਰੀਆਂ ਪਾਰਟੀਆਂ ਉਸੇ ਸੇਧ ਨਾਲ ਸਹਿਮਤ ਨੇ। ਪਿਛਲੇ 20-25 ਸਾਲਾਂ ਤੋਂ ਐਡਾ ਰਾਸ਼ਟਰਵਾਦ ਦਾ ਹੂਆ ਖੜਾ ਕੀਤਾ ਇਹਨਾਂ ਨੂੰ, ਇਹ ਫੈਡਰਲਿਜ਼ਮ ਛੱਡ ਗਏ। ਇਹ ਕਦੇ ਹੁਣ ਤਾਂ ਐ ਮਾੜੀ ਜੀ ਗੱਲ ਕਹਿੰਦੇ ਨੇ ਵੀ ਰਾਜਾਂ ਦੇ ਅਧਿਕਾਰਾਂ ਤੇ ਹਮਲਾ, ਪਰ ਕਿਸਾਨ ਯੂਨੀਅਨ ਇਹ ਨਹੀਂ ਕਹਿੰਦੀਆਂ। ਕਿਉਂ ਨਹੀਂ ਕਹਿੰਦੀਆਂ? ਕਿਸਾਨ ਯੂਨੀਅਨ ਤਾਂ ਉਹ ਤਾਂ ਕਹਿੰਦੇ ਅਸੀਂ ਇਕੱਠੇ ਆ, ਸਾਡੀਆਂ ਜਥੇਬੰਦੀਆਂ ਹੁਣ ਇਸ ਮਸਲੇ ਨੂੰ ਲੈ ਕੇ ਇਕੱਠੀਆਂ ਹੋਈਆਂ ਪੰਜਾਬ। ਇਕੱਠੀਆਂ ਕੀ ਨੇ ਜੀ? ਖੇਤੀ ਕਾਨੂੰਨ ਰੱਦ ਕਰੋ। ਪਹਿਲਾਂ ਉਹ ਕਹਿੰਦੇ ਸੀ ਖੇਤੀ ਆਰਡੀਨੈਂਸ ਵਾਪਸ ਲਓ, ਜਦੋਂ ਤੱਕ ਵਾਪਸ ਨਹੀਂ ਲੈਂਦੇ ਕੋਈ ਗੱਲਬਾਤ ਨਹੀਂ ਕਰਾਂਗੇ, ਉਹਨਾਂ ਦਾ ਐਲਾਨ ਸੀ। ਹਾਲਾਂਕਿ ਮੈਂ ਇਹਨੂੰ ਸਹੀ ਨਹੀਂ ਮੰਨਦਾ। ਤੁਸੀਂ ਕਹੋ ਵੀ ਇਹ ਗਲਤ ਨੇ ਆਰਡੀਨੈਂਸ, ਸਾਡੇ ਨਾਲ ਗੱਲ ਕਰੋ, ਇਹਨਾਂ 'ਚ ਸੋਧਾ ਕਰੋ ਜਾਂ ਇਹ ਕਰੋ, ਉਹ ਬਿੱਲ ਬਣ ਗਏ, ਕਾਨੂੰਨ ਬਣ ਗਏ। ਹੁਣ ਤੁਸੀਂ ਕਹਿੰਦੇ ਹੋ ਠੀਕ ਹੈ ਜੀ, ਅਸੀਂ ਗੱਲ ਕਰਨ ਨੂੰ ਤਿਆਰ ਹਾਂ ਜੇ ਕੇਂਦਰ ਸਰਕਾਰ ਸੱਦੇ। ਜਾਣੀ ਜਦੋਂ, ਕਿਉਂਕਿ ਤੁਹਾਡੀ ਇਕਸਾਰ, ਤੁਹਾਨੂੰ ਕਲੈਰਿਟੀ ਨਹੀਂ ਤੁਸੀਂ ਕੀ ਕਰਨਾ। ਤੁਸੀਂ ਤਾਂ ਇੱਕ ਤਾਂ ਹੁੰਦਾ ਵੀ ਤੁਸੀਂ ਮਸਲੇ ਦਾ ਹੱਲ ਕਰਨਾ, ਕੋਈ ਹੱਲ ਸਰਕਾਰ ਨਹੀਂ ਕਰਦੀ ਜਦੋਂ ਤੱਕ ਲੋਕਾਂ ਦਾ ਦਬਾਅ ਨਾ ਹੋਵੇ, ਪਰ ਲੋਕਾਂ ਨੂੰ ਸਹੀ ਪੋਜੀਸ਼ਨਾਂ ਤੇ ਲਾਮਬੰਦ ਕੀਤਾ ਜਾਵੇ। ਹੁਣ ਲੋਕਾਂ ਨੂੰ ਲਾਮਬੰਦ ਕੀਤਾ ਡਰ ਤੇ, ਡਰਾ ਕੇ ਵੀ ਦੇਖੋ ਜੀ ਉਹ ਤੁਹਾਡੀ ਕਣਕ ਝੋਨਾ ਪਹਿਲਾਂ ਖਰੀਦਣਗੇ 2100 ਰੁਪਏ ਕੁਇੰਟਲ ਤੇ, ਫਿਰ ਉਹਨਾਂ ਨੇ 2 ਸਾਲ ਬਾਅਦ ਖਰੀਦਣ ਨਹੀਂ, ਮੰਡੀ ਤਬਾਹ ਹੋ ਜੂ, ਫਿਰ ਐਂ ਕਰਨਗੇ। ਕਣਕ ਝੋਨਾ ਉਹਨਾਂ ਨੇ ਖਰੀਦਣੀ ਨਹੀਂ ਨਾ, ਹੁਣ ਖਰੀਦਦੇ ਨੇ। ਸੋ ਫਿਰ ਤੁਹਾਡੀ ਠੇਕੇ ਤੇ ਲੈ ਲੈਣਗੇ, 30 ਸਾਲ ਖਾਤਰ ਲੈ ਲੈਣਗੇ, ਤੁਹਾਨੂੰ ਠੇਕਾ ਦੁੱਗਣਾ ਦੇ ਦੇਣਗੇ। ਦੁੱਗਣਾ ਦੇਣ ਤੋਂ ਬਾਅਦ ਉਦੋਂ ਤੁਸੀਂ ਸੰਦਸ ਨੇੜੇ ਆਪਦੇ ਸਾਰੇ ਵੇਚ ਦੋਗੇ, ਉਸ ਤੋਂ ਬਾਅਦ ਕਹਿ ਦੇਣਗੇ ਸਾਨੂੰ ਠੇਕਾ ਨਹੀਂ ਪੁੱਗਦਾ। ਇਹ ਗੱਲ ਹੈ ਹੀ ਨਹੀਂ। ਤੇ ਜਿਹੜਾ ਅੰਬਾਨੀਆਂ ਦੇ ਪੈਟਰੋਲ ਪੰਪ ਦਾ, ਅਡਾਨੀਆਂ ਦੀਆਂ ਫੈਕਟਰੀਆਂ ਦਾ ਵਿਰੋਧ ਕਰ ਰਹੇ, ਉਹ ਵੀ ਗਲਤ ਹੈ। ਉਹ ਨਹੀਂ, ਵਿਰੋਧ ਸਹੀ ਆ, ਵਿਰੋਧ ਕਰੋ ਨੀਤੀ ਦਾ, ਪਾਲਿਸੀ ਦਾ। ਉਹਨੂੰ ਪਾਲਿਸੀ ਨੂੰ ਬਦਲਣ ਖਾਤਰ ਲੜੋ। ਜਿਹੜੇ ਅਡਵਾਨੀਆਂ ਦੇ ਪੈਟਰੋਲ ਪੰਪ ਆਏ ਨੇ, ਲੱਗੇ ਨੇ, ਜਿਹਨਾਂ ਉਹਨਾਂ ਦੇ ਮਾਲ ਲੱਗੇ ਨੇ, ਜਿਹੜੇ ਟੋਲ ਪਲਾਜ਼ੇ ਲੱਗੇ ਨੇ, ਉਹਨਾਂ ਦੇ ਪਿੱਛੇ ਇੱਕ ਨੀਤੀ ਆ। ਉਹ ਨੀਤੀ ਨੂੰ ਬਦਲਣ ਦਾ ਵਿਰੋਧ ਕਰੋ ਨਾ ਜੀ। ਇਹ ਤਾਂ ਟੈਂਪਰੇਰੀ ਗੱਲ ਆ। ਜਿੰਨਾ ਚਿਰ ਤੱਕ ਤੁਹਾਡਾ ਅੰਦੋਲਨ, ਟੋਲ ਪਲਾਜ਼ਾ ਅਸੀਂ ਰੋਕ ਲਿਆ ਜੀ, ਓਕੇ ਰੋਕ ਲਿਆ, ਇੰਨਾ ਚਿਰ ਉਹਨਾਂ ਨੂੰ ਤੁਸੀਂ ਪੈਸੇ ਨਹੀਂ ਦਿੱਤੇ, ਲੋਕ ਫ੍ਰੀ ਲਾਂਗੇ, ਓਕੇ ਜੀ। ਉਸ ਤੋਂ ਬਾਅਦ ਹੋਣਾ ਕੀ ਆ? ਉਹਨਾਂ ਨੇ ਇੰਨੇ ਦਿਨਾਂ ਦਾ ਆਪਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦੇਣਾ ਵੀ ਸਾਨੂੰ ਇਹਨਾਂ ਦਿਨਾਂ 'ਚ ਇੰਨਾ ਘਾਟਾ ਪਿਆ, ਕਿਉਂਕਿ ਉਹਨੂੰ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਆ। MOU ਸਾਈਨ ਹੋਏ ਨੇ। ਉਹ ਕੀ ਕਰਨਗੇ? ਜਾਂ ਤਾਂ ਪੈਸੇ ਦੇ ਦੇਣਗੇ ਇਹਨਾਂ ਨੂੰ, ਪੋਸੀਬਲ, ਜਾਂ ਉਹਨਾਂ ਨੂੰ ਕਹਿ ਦੇਣਗੇ ਵੀ ਜਿੰਨੇ ਦਿਨ ਤੁਹਾਡੀ ਰਿਕਾਰਡ ਹੋਈ ਆ ਉਨੇ ਦਿਨ ਤੁਸੀਂ, ਜੇ 15 ਸਾਲ ਦਾ, ਉਦੋਂ 6 ਮਹੀਨੇ ਗਾਹਾਂ ਵਧਾ ਦੇਣਗੇ। ਤੇ ਉਹ ਜਿਹੜੇ 6 ਮਹੀਨੇ ਗਾਹਾਂ ਵਧਾਉਣਗੇ, ਵਧਾਉਣੀ ਪੈਣੇ ਆ ਨਾ ਜੀ ਉਹਨਾਂ ਨੂੰ ਉਹਨੇ। ਉਹਦੇ ਵਿੱਚ ਜੇ ਅੱਜ ਟੋਲ ਪਲਾਜ਼ਾ 150 ਨਾ, ਉਦੋਂ 300 ਰੁਪਏ ਹੋ ਸਕਦਾ 400 ਰੁਪਏ ਉਹਨਾਂ ਸਮੇਂ 'ਚ 15 ਸਾਲ ਬਾਅਦ ਜੇ ਉਹਨਾਂ ਨੇ ਵਾਧਾ ਕਰਤਾ। ਸੋ ਜਿਹੜਾ ਇਹ ਅਸੀਂ ਭੁਲੇਖਾ ਪਾਲ ਰਹੇ ਹਾਂ ਵੀ ਅਸੀਂ ਕਾਰਪੋਰੇਟ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਾਂ, ਇਹ ਸਵੈ ਭੁਲੇਖਾ। ਕਿਉਂਕਿ ਇਹਦੇ ਨਾਲ ਸਾਨੂੰ ਇੱਕ ਤਸੱਲੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ, ਕਿਉਂਕਿ ਜਿਹੜੀ ਵਿਚਾਰਾਂ ਦੀ ਸੋਚ ਜਾਂ ਸ਼ੁੱਧਤਾ ਜਾਂ ਰੀਅਲ ਪ੍ਰੋਬਲਮ ਕੀ ਹੈ ਤੇ ਉਹਦਾ ਹੱਲ ਕੀ ਹੈ, ਉਧਰਲੇ ਪਾਸੇ ਨੂੰ ਅਸੀਂ ਤੁਰਦੇ ਨਹੀਂ ਹਾਂ। ਮਾਲੀ ਸਾਹਿਬ, ਹੱਲ ਕੀ ਹੈ ਫਿਰ? ਆਪਾਂ ਜੇ ਹੱਲ ਤੇ ਆਈਏ, ਮੈਂ ਉਹੀ ਤਾਂ ਹੀ ਮੈਂ ਤੁਹਾਡੇ ਤੱਕ ਅਸੀਂ ਪਹੁੰਚ ਕੀਤੀ ਸੀ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਕਿ ਹੱਲ ਕੀ ਹੈ। ਕਿਸਾਨ ਵੀ ਸੜਕਾਂ ਤੇ ਬੈਠੇ ਨੇ, ਕਲਾਕਾਰ ਵੀ ਆਪੋ ਆਪਣੇ ਝੰਡੇ ਡੰਡੇ ਲਾਈ ਬੈਠੇ ਨੇ ਅਲੱਗ-ਅਲੱਗ ਥਾਵਾਂ ਤੇ, ਉਹਨਾਂ ਦੀਆਂ ਵੀ ਤੁਸੀਂ ਦੇਖਿਆ ਕਿ ਆਪੋ ਆਪਣੀਆਂ ਨੀਤੀਆਂ, ਕੋਈ ਉਹਨੂੰ ਗੱਦਾਰ ਕਹਿ ਰਿਹਾ, ਕੋਈ ਉਹਨੂੰ ਗੱਦਾਰ ਕਹਿ ਰਿਹਾ, ਕੋਈ RSS ਦਾ ਏਜੰਟ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਕੁਝ ਸਮਝ ਨਹੀਂ ਆਉਂਦੀ। ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਭੰਬਲ ਭੂਸਾ ਜਿਹਾ ਪੈ ਗਿਆ ਵੀ ਜੇ ਧਰਨਾ ਲੱਗਿਆ ਤਾਂ ਕਿਸਾਨਾਂ ਦਾ ਲੱਗਿਆ ਜਾਂ ਗਾਇਕਾਂ ਦਾ, ਕਲਾਕਾਰਾਂ ਦਾ ਲੱਗਿਆ, ਆਮ ਲੋਕ ਤਾਂ ਚੱਲੀ ਆਉਂਦੇ ਨੇ ਆਪਣੇ ਰਾਹ। ਮੈਨੂੰ ਤਾਂ ਸੱਚੀ ਗੱਲ ਤੁਹਾਨੂੰ ਦੱਸਾਂ, ਕਿਉਂਕਿ ਮੈਂ ਹੱਡੀ ਹੰਡਾਇਆ ਸਾਰਾ ਗੱਲ। ਮੈਨੂੰ ਤਾਂ ਲੱਗਦਾ ਜਿਵੇਂ ਸਿੱਖ ਸੰਘਰਸ਼ ਚੱਲਿਆ ਨਾ ਜੀ, ਆਪਣੇ ਧਰਮ ਯੁੱਧ ਮੋਰਚਾ ਚੱਲਿਆ, ਉਹਨਾਂ ਦਾ ਸਮਝੌਤਾ ਹੋਇਆ, ਸਮਝੌਤੇ ਤੋਂ ਬਾਅਦ ਤੂੰ ਗਦਾਰ, ਜਿਹੜੇ ਹਿਸਾਬ ਨਾਲ ਇਹ ਮੋਰਚਾ ਚੱਲ ਰਿਹਾ, ਜਿਹੜੇ ਹਿਸਾਬ ਨਾਲ ਸਰਕਾਰਾਂ ਨੀਤੀਆਂ ਪੈਂਤੜੇ ਖੇਡ ਰਹੀਆਂ ਨੇ, ਜਿਵੇਂ ਗੱਲਬਾਤ ਦਾ ਸੱਦਾ ਆਇਆ, ਇਹਦਾ ਹਸ਼ਰ ਤਾਂ ਹੋਣਾ ਉਹੀ। ਇੱਕ ਦੂਜੇ ਨਾਲ ਲੜਨਗੇ, ਉਸ ਤੋਂ ਬਾਅਦ ਕੁਝ ਸਮਝੌਤਾ ਕਰ ਜਾਣਗੇ, ਕੁਝ ਬਾਈਕਾਟ ਕਰ, ਕੋਈ ਕਹੂ ਉਹ ਏਜੰਟਾ। ਇਹ ਕੋਈ ਹੱਲ ਨਹੀਂ ਹੈ। ਸੋਮ ਪ੍ਰਕਾਸ਼ ਜੀ ਤਾਂ ਵੈਸੇ ਕਹਿ ਹੀ ਚੁੱਕੇ ਨੇ, ਉਹ ਕਹਿੰਦੇ ਵੀ ਇਹ ਤਾਂ ਵਾਪਸ ਹੋਣ ਦਾ ਭੁੱਲ ਹੀ ਜਾਓ, ਵੀ ਵਾਪਸ ਹੋ ਜਾਓ। ਇਹ ਹੁਣ ਵੀ ਇਹੀ ਗੱਲ ਆ ਨਾ। ਸੋਮ ਪ੍ਰਕਾਸ਼ ਨੇ ਵੀ ਕਿਹਾ ਵੀ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਵੀ MSP ਜਾਰੀ ਰਹੂ। ਫਿਰ ਤੁਸੀਂ ਗਾਹਾਂ ਕੀ ਕਹੋਗੇ ਜੀ? ਉਹ ਕਹਿੰਦਾ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਕੰਪਨੀਆਂ ਤੁਹਾਡੀ ਜ਼ਮੀਨ ਲੀਜ਼ ਤੇ ਨਹੀਂ ਲੈ ਸਕਣਗੀਆਂ। ਉਹ ਤਾਂ ਇਹ ਕਹਿੰਦਾ ਵੀ ਕਾਨੂੰਨ ਦੇ ਵਿੱਚ ਹੈਗਾ ਇਹ ਲਿਖਿਆ ਹੋਇਆ, ਇਹ ਪੜ੍ਹਦੇ ਨਹੀਂ ਜਾਂ ਝੂਠ ਦੱਸਦੇ ਨੇ। ਉਹ ਗੱਲਾਂ ਜਦੋਂ ਸਾਹਮਣੇ ਲੈ ਕੇ ਆਉਣਗੇ, ਜਦੋਂ ਟੇਬਲ ਟਾਕ ਹੁੰਦੀ ਹੈ ਨਾ ਜੀ, ਉਦੋਂ ਗੱਲ ਇੱਕ ਤੁਸੀਂ ਲੋਕਾਂ ਨੂੰ ਐਜੀਟੇਟ ਕਰਨਾ, ਉਹ ਇੱਕ ਹੋਰ ਗੱਲ ਆ। ਜਦੋਂ ਬਰਾਬਰ ਤੇ ਬਹਿ ਕੇ
ਗੱਲਬਾਤ ਹੁੰਦੀ ਆ, ਉਦੋਂ ਮਸਲੇ ਹੋਰ ਤਰ੍ਹਾਂ ਨਖਾਰੇ ਜਾਂਦੇ ਨੇ। ਉਦੋਂ ਮਸਲਿਆਂ ਬਾਰੇ ਜੇ ਤੁਹਾਡੀ ਸਹੀ ਤੇ ਦਰੁਸਤ ਪਹੁੰਚ ਹੋਊ ਫਿਰ ਉਹ ਹੱਲ ਹੁੰਦਾ। ਜੇ ਇਹ ਕਹਿਣ ਵੀ ਇਹ ਜਿਹੜੀ ਨੀਤੀ ਤੁਸੀਂ ਲਾਗੂ ਕਰ ਰਹੇ ਹੋ ਇਹ ਸਾਰੀ ਪੰਜਾਬ ਦੇ ਕਿਸਾਨਾਂ ਦੀ ਕੀਮਤ ਤੇ ਤੁਸੀਂ ਖੇਤੀ ਮਾਡਲ ਬਦਲਣ ਨੂੰ ਫਿਰਦੇ ਹੋ, ਇਹਨੂੰ ਕਰਨ ਖਾਤਰ ਆਹ ਗੱਲਾਂ ਕਰੋ, ਅਰਬਾਂ ਖਰਬਾਂ ਰੁਪਏ ਖਰਚੋ ਤੇ ਐਂ ਖਰਚੋ, ਮੰਡੀਕਰਨ ਕਰੋ, ਇਹ ਕਰੋ ਉਹ ਕਰੋ। ਜਿਹੜੀ ਤੁਸੀਂ ਗੱਲ ਕਹਿੰਦੇ ਹੋ ਉਹਦਾ ਜੇ ਸੰਖੇਪ 'ਚ ਗੱਲ ਕਹਿਣਾ ਹੋਵੇ, ਇਹਦਾ ਹੱਲ ਆ ਫੈਡਰਲ ਢਾਂਚਾ। ਜੋ ਮੁਸੀਬਤਾਂ ਹੁਣ ਖੜੀਆਂ ਹੋ ਰਹੀਆਂ ਨੇ ਬੋਲੀ ਦੀਆਂ, ਭਾਸ਼ਾ ਦੀਆਂ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਕਾਨੂੰਨ, ਇੱਕ ਦੇਸ਼ ਇੱਕ ਚੋਣ, ਇੱਕ ਦੇਸ਼ ਇੱਕ ਆਰਥਿਕਤਾ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਮੰਡੀ, ਮੈਂ ਕਹਿੰਦਾ ਉਹੀ ਨਿਚੋੜ ਰਿਹਾ ਨਾ ਜੀ। ਇਸੇ ਕਰਕੇ ਕਾਨੂੰਨਾਂ ਦੇ ਪਿੱਛੇ ਇੱਕ ਸਿਆਸਤ ਆ, ਸਿਆਸਤ ਆ ਕੇਂਦਰੀਕਰਨ ਦੀ, ਹੱਲਾ ਤਾਕਤਾਂ ਦਾ ਵਿਕੇਂਦਰੀਕਰਨ ਕਰਨਾ, ਫੈਡਰਲ ਢਾਂਚਾ ਉਸਾਰਨਾ, ਉਸ ਅਨੁਸਾਰ ਪੰਜਾਬ ਦੇ ਖੇਤੀ ਮਾਡਲ ਨੂੰ ਕੁਦਰਤ ਪੱਖੀ ਮਾਡਲ ਤੇ ਲਿਆਉਣਾ ਤੇ ਪੰਜਾਬ ਨੂੰ ਉਹਦੇ ਉਹ ਅਧਿਕਾਰ ਦੇਣੇ ਵੀ ਪੰਜਾਬ ਦੇ ਪਾਣੀਆਂ ਦਾ ਪੰਜਾਬ ਮਾਲਕ ਹੈ। ਸਾਡੇ ਦਰਿਆਵਾਂ ਦਾ ਪਾਣੀ ਪਹਿਲਾਂ ਸਾਡੀਆਂ ਫਸਲਾਂ ਨੂੰ ਸਿੰਜੇ, ਫਿਰ ਸਾਡੇ ਸ਼ਹਿਰਾਂ ਨੂੰ ਪੀਣ ਲਈ ਦਰੁਸਤ ਸ਼ੁੱਧ ਪਾਣੀ ਮਿਲੇ। ਜੇ ਵਾਧੂ ਆ ਫਿਰ ਉਹ ਪੰਜਾਬ ਆ ਜਿਹੜਾ ਦਿੱਲੀ ਗੱਲ ਕਰੇ ਉਹਨਾਂ ਨੂੰ ਕਿੰਨਾ ਚਾਹੀਦਾ, ਹਰਿਆਣਾ ਗੱਲ ਕਰੇ ਉਹਨਾਂ ਨੂੰ ਕਿੰਨਾ ਚਾਹੀਦਾ, ਰਾਜਸਥਾਨ ਕਰੇ ਕੀ ਚਾਹੀਦਾ, ਫਿਰ ਵਿਉਂਤਬੰਦੀ ਸੂਬਿਆਂ ਦੇ ਆਧਾਰ ਤੇ ਹੋਵੇ। ਪਰ ਇਹ ਕਰੇਗਾ ਕੌਣ? ਨਹੀਂ ਕਰੋ ਤਾਂ ਦੇਖੋ, ਜਦੋਂ ਪੋਲੀਟੀਕਲ ਕਲਾਸ ਆ ਜਿਹੜੀ ਜਾਂ ਸੋਚ ਵਾਲੇ ਬੰਦੇ, ਸਿਆਸੀ ਇੱਛਾ ਸ਼ਕਤੀ ਨਹੀਂ ਨਾ ਹੈਗੀ। ਸਰਕਾਰਾਂ ਤੇ ਹੁਣ ਵੀ ਬਣਦੀਆਂ ਸਰਕਾਰਾਂ ਪਹਿਲਾਂ ਵੀ। ਇੱਛਾ ਸ਼ਕਤੀ ਇੱਕ ਜਨਰਲ ਗੱਲ ਆ, ਇਹਨਾਂ ਦੀ ਇੱਛਾ ਸ਼ਕਤੀ ਹੈਗੀ ਆ, ਜੋ ਚੱਲ ਰਿਹਾ ਇਸੇ ਤਰ੍ਹਾਂ ਚੱਲਣ ਦੇਣਾ, ਇਹ ਇਹਨਾਂ ਦੀ ਇੱਛਾ ਸ਼ਕਤੀ ਆ। ਜਦੋਂ ਤੁਸੀਂ ਬਦਲਾਅ ਦੀ ਇੱਕ ਗੱਲ ਲੈ ਕੇ ਆਉਣੇ ਹੋ, ਉਹ ਗੱਲ ਲੈ ਕੇ ਆਉਣੀ, ਧੜੱਲੇ ਨਾਲ ਰੱਖਣੀ, ਸਪਸ਼ਟਤਾ ਨਾਲ ਰੱਖਣੀ, ਉਹਨੂੰ ਲਾਗੂ ਕਰਾਉਣ ਲਈ ਫਿਰ ਇੱਛਾ ਸ਼ਕਤੀ ਹੋਣੀ, ਤਾਂ ਹੀ ਗੱਲ ਆ। ਮਾਲੀ ਸਾਹਿਬ, ਜੇ ਆਪਾਂ ਸੋਚੀਏ, ਲੋਕ ਵੀ ਇਹ ਗੱਲ ਸੋਚਦੇ ਹੋਣੇ ਵੀ ਵੈਸੇ ਤਾਂ ਬਹੁਤੀਆਂ ਉਲਝਣਾਂ 'ਚ ਨਾ ਪਈਏ, ਲੋਕਾਂ ਦੇ ਦਿਮਾਗ ਦੀ ਸਿੱਧੀ ਪੱਧਰੀ ਗੱਲ ਕਰੀਏ, ਲੋਕ ਸੋਚਦੇ ਹੋਣੇ ਵੀ ਯਾਰ ਕੈਪਟਨ ਨੇ ਵੀ ਤਾਂ ਪੰਜਾਬ 'ਚ ਹੀ ਰਹਿਣਾ, ਬਾਦਲ ਸਾਹਿਬ ਨੇ ਵੀ ਪੰਜਾਬ ਵਿੱਚ ਰਹਿਣਾ, ਬਾਕੀ ਧਿਰਾਂ ਨੇ ਵੀ ਪੰਜਾਬ 'ਚ ਰਹਿਣਾ, ਭਾਜਪਾ ਵਾਲਿਆਂ ਨੇ ਵੀ ਪੰਜਾਬ 'ਚ ਰਹਿਣਾ, ਫਿਰ ਇਹ ਪੰਜਾਬ ਦਾ ਭਲਾ ਕਿਉਂ ਨਹੀਂ ਚਾਹੁੰਦੇ? ਕਾਰਨ ਕੀ? ਇਹਨਾਂ ਦੇ ਮਨਾਂ 'ਚ ਕੀ ਚੱਲਦਾ? ਇਹਨਾਂ ਦੇ ਵੀ ਪੀੜ੍ਹੀਆਂ ਕੱਲ ਨੂੰ ਪੰਜਾਬ 'ਚ ਹੀ ਰਹਿਣਗੀਆਂ। ਇਹ ਵਿਅਕਤੀਗਤ ਮਸਲਾ ਨਹੀਂ, ਇਹ ਸੋਚ ਦਾ ਮਸਲਾ। ਬਿਲਕੁਲ, ਜਿਵੇਂ ਬਾਬਾ ਨਾਨਕ ਨੇ ਵੀ ਕਿਹਾ ਨਾ, ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਏ, ਜੀ ਮਾਇਆ ਧਾਰੀ ਅੰਨਾ ਬੋਲਾ। ਜੀ ਇਹਨਾਂ ਦਾ ਜਿਹੜੇ ਆਪਦੇ ਹਿੱਤ ਨੇ ਉਹ ਕਾਰਪੋਰੇਟ ਹਿੱਤਾਂ ਨਾਲ ਜੁੜ ਗਏ ਜਾਂ ਉਹਨਾਂ ਦੇ ਥੱਲੇ ਲੱਗ ਕੇ ਇਹ ਆਪੋ ਆਪਦੇ ਅੰਪਾਇਰ ਉਸਾਰ ਰਹੇ ਨੇ। ਜਿਵੇਂ ਬਾਦਲ ਕੇ ਤੁਸੀਂ ਦੇਖੋ ਜੀ, ਮਤਲਬ ਕਿੱਡੇ ਵੱਡੇ ਧਨ ਕੁਬੇਰ ਬਣ ਗਏ। ਬਾਕੀ ਸਿਆਸਤਦਾਨ ਵੀ ਕਿਸੇ ਨਾ ਕਿਸੇ ਰੂਪ 'ਚ ਬਣਨਾ ਚਾਹੁੰਦੇ ਨੇ। ਆ ਹੁਣੇ ਆ ਗਿਆ ਤੁਹਾਡੇ ਸਾਹਮਣੇ ਵੀ ਰਿਲਾਇੰਸ ਆ, ਜਿਹੜੇ ਕਿੰਨੇ ਸਿਆਸੀ ਲੀਡਰਾਂ ਨੇ ਉਹਨਾਂ ਦੇ ਪੈਟਰੋਲ ਪੰਪ ਲਏ ਹੋਏ ਨੇ। ਬਿਲਕੁਲ। ਸੋ ਇਹਨਾਂ ਨੇ ਜਿਹੜੀ ਉਹ ਨੀਤੀ ਸਿਆਸਤ ਆ ਉਹਦੇ ਹੇਠਾਂ ਇਹ ਗੋਡੇ ਟੇਕ ਗਏ। ਇਸੇ ਕਰਕੇ ਜਦੋਂ ਵੀ ਕੋਈ ਗੱਲ ਆਉਂਦੀ ਆ ਪੰਜਾਬ ਦੇ ਹਿੱਤਾਂ ਬਾਰੇ, ਰਾਜ ਦੇ ਹਿੱਤਾਂ ਬਾਰੇ ਸੋਚਣ ਦੀ ਗੱਲ ਪਿੱਛੇ ਆ, ਸਾਡੀ ਸਰਕਾਰ ਕਿਵੇਂ ਵੱਧ ਚੱਲ ਸਕਦੀ ਆ, ਉਹ ਅੱਗੇ ਆ ਜਾਂਦੀ ਹੈ। ਹੁਣ ਤੁਸੀਂ ਮੈਨੂੰ ਦੱਸੋ ਜੀ, ਪੂਰੇ 3 ਸਾਲ ਹੋ ਗਏ ਕੈਪਟਨ ਮੋਦੀ ਦੀ ਰਾਸ਼ਟਰਵਾਦੀ ਸਿਆਸਤ ਦਾ ਸਭ ਤੋਂ ਵੱਡਾ ਝੰਡਾ ਬਰਦਾਰ ਆ। ਬਿਲਕੁਲ। ਬਾਦਲ ਕੇ ਉਦੋਂ ਵੱਡੇ ਝੰਡਾ ਬਰਦਾਰ ਰਹੇ ਨੇ ਹੁਣ ਤੱਕ। ਜਦੋਂ ਤੁਸੀਂ ਉਸੇ ਸਿਆਸਤ ਦੇ ਝੰਡਾ ਬਰਦਾਰ ਹੋ, ਪੰਜਾਬ ਦੀ ਸਿਆਸੀ ਲੀਡਰਸ਼ਿਪ ਦਾ ਦਿਖਾਂਤ ਆ, ਇਹਨੇ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਥਾਂ ਇਹਨਾਂ ਨੇ ਨਿੱਜੀ ਹਿੱਤਾਂ ਨੂੰ, ਰਾਜ ਕਰਨ ਦੇ ਹਿੱਤਾਂ ਨੂੰ ਜਾਂ ਕਾਰਪੋਰੇਟ ਨਾਲ ਮਿਲ ਕੇ ਪੈਸੇ ਬਣਾਉਣ ਦੀ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ, ਜਿਹਦੇ ਕਰਕੇ ਇਹਨਾਂ ਤੇ ਵੀ ਦੋਸ਼ ਲੱਗਦੇ ਨੇ ਨਾ ਜੀ। ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਕੰਟਰੈਕਟ ਫਾਰਮਿੰਗ ਬਾਦਲ ਨੇ ਬਣਾਈ ਉਹ ਇਹਦੇ ਵਰਗੀ ਆ, ਮੋਦੀ ਵਰਗੀ। ਜਿਹੜੀ ਕੈਪਟਨ ਸਾਹਿਬ ਨੇ ਪ੍ਰਾਈਵੇਟ ਮੰਡੀਆਂ ਸਥਾਪਿਤ ਕਰਨ ਦੀ ਖੁੱਲ੍ਹ ਦਿੱਤੀ ਉਹ ਇਹ ਵਰਗੀ ਆ। ਵਰਗੀ ਨਹੀਂ, ਫਰਕ ਬਹੁਤ ਆ, ਪਰ ਡਾਇਰੈਕਸ਼ਨ ਉਹੀ ਆ। ਹੁਣ ਇਹ ਥੋੜ੍ਹਾ ਵੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਯਾਰ ਕੀ ਹੋ ਰਿਹਾ। ਜੇ ਕਾਂਗਰਸ ਆ ਜਿਹੜੀ 2013 ਦੇ ਵਿੱਚ ਇਹੀ ਬਿੱਲ ਲਿਆ ਰਹੀ ਸੀ ਨਾ ਜੀ, ਉਹਦੇ ਮੈਨੀਫੈਸਟੋ 'ਚ ਵੀ ਇਹ ਗੱਲਾਂ ਲਿਖੀਆਂ ਹੋਈਆਂ ਨੇ ਨਾ ਜੀ, ਪਾਰਲੀਮੈਂਟ ਬਹਿਸਾਂ ਵੀ ਹੋਈਆਂ ਨੇ ਨਾ ਜਿਹਦੇ ਬਾਰੇ, ਕੋਈ ਰੌਲਾ ਨਹੀਂ ਪਿਆ। 7 ਮੈਂਬਰੀ ਕਮੇਟੀ ਬਣੀ, ਚਲੋ ਤੁਸੀਂ ਮੰਨ ਲਓ ਵੀ ਕੈਪਟਨ ਪਹਿਲਾਂ ਪਾਇਆ ਨਹੀਂ ਸੀ, ਇਹਨਾਂ ਨੇ ਰੌਲਾ ਪਾਇਆ, ਉਹ ਪਾ ਲਿਆ, ਮੁੜ ਕੇ ਗਏ ਨਹੀਂ ਇਹਨਾਂ ਦੇ ਨੁਮਾਇੰਦੇ ਗਏ, ਉਹਨਾਂ ਨੇ ਨਹੀਂ ਉੱਥੇ ਕੁਝ ਕੀਤਾ। ਫਿਰ ਕਾਹਨ ਸਿੰਘ ਪੰਨੂ ਜਿਹੜਾ ਉਦੋਂ ਸਾਡਾ ਐਗਰੀਕਲਚਰ ਸਕੱਤਰ ਸੀ, ਲਾਸਟ ਮੀਟਿੰਗ 'ਚ ਗਿਆ, ਉਹਨੇ ਲਿਖ ਕੇ ਦੇਤਾ ਵੀ ਇਹਦੇ ਨਾਲ ਆਹ ਫਰਕ ਪੈਣਗੇ ਜੀ, ਉਦੋਂ ਨਹੀਂ ਬੋਲੇ। ਤੁਸੀਂ ਰਾਹੁਲ ਗਾਂਧੀ ਦਾ ਭਾਸ਼ਣ ਸੁਣੋ, ਉਹ ਕਹਿੰਦਾ ਰੱਦ ਕਰਾਂਗੇ, ਪਰ ਸੁਧਾਰਾਂ ਦੀ ਬਹੁਤ ਲੋੜ ਆ। ਜੋ ਸਿਸਟਮ ਚੱਲ ਰਿਹਾ, ਮੈਂ ਇਹ ਨਹੀਂ ਕਹਿੰਦਾ ਸੁਧਾਰਾਂ ਦੀ ਬਹੁਤ ਲੋੜ ਆ, ਸੁਧਾਰਾਂ ਦੀ ਉਹ ਗੱਲ ਹੈ ਨਾ ਜੀ। ਕਾਂਗਰਸ ਵੀ ਸੁਧਾਰ ਕਹਿ ਕੇ ਬਿੱਲ ਲਿਆ ਰਹੀ ਸੀ, ਭਾਜਪਾ ਵੀ ਸੁਧਾਰ ਕਹਿ ਕੇ ਗੱਲ ਕਰ ਰਹੀ ਆ। ਸੋ ਇਹ ਕੁੱਲ ਮਿਲਾ ਕੇ ਜਿਹੜਾ ਉਹ ਏਜੰਡਾ ਉਹੀ ਚੱਲ ਰਿਹਾ, ਜਿਹੜਾ ਉਹ ਭਾਵੇਂ ਜਿਵੇਂ ਕਹਿੰਦੇ ਨੇ ਕਿ ਨੀਲੀਆਂ ਚਿੱਟੀਆਂ ਪੱਗਾਂ, ਭਾਵੇਂ ਕੇਂਦਰ ਦੇ ਵਿੱਚ ਭਾਜਪਾ ਆ ਜਾਏ ਜਾਂ ਕਾਂਗਰਸ ਆ ਜਾਏ, ਗੱਲ ਉੱਥੇ ਹੀ ਮੁੱਕਦੀ ਹੈ ਕਿ ਸਾਨੂੰ ਗੱਦੀ ਤੇ ਲੈ ਆਓ ਬਸ। ਅਸੀਂ ਪਤਾ ਕੀ ਆ ਜੀ, ਅਸੀਂ ਅੱਕਾਂ 'ਚ ਡੰਡੇ ਮਾਰਦੇ ਆ। ਅਸੀਂ ਇਹ ਕਹਿੰਦੇ ਆ ਇਹ ਮੀਟਿੰਗ 'ਚ ਕਿਉਂ ਨਹੀਂ ਬੋਲਿਆ ਜੀ, ਉੱਥੇ ਕਿਉਂ ਨਹੀਂ ਬੋਲਿਆ ਜੀ। ਬੰਦਿਆਂ ਦਾ ਸਵਾਲ ਥੋੜ੍ਹਾ ਆ। ਤੁਸੀਂ ਕਹੋ ਇਹਨਾਂ ਦੀ ਪਾਲਿਸੀ ਕਾਰਪੋਰੇਟ ਪੱਖੀ ਆ, ਇਹ ਨਹੀਂ, ਇਹ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਆ। GST ਆ ਜੀ, ਮਨਪ੍ਰੀਤ ਸਿੰਘ ਬਾਦਲ ਸਭ ਤੋਂ ਉੱਚੀ ਉਹਦੇ ਹੱਕ 'ਚ ਬੋਲਦਾ ਸੀ, ਕਹਿੰਦਾ ਪੰਜਾਬ ਨੂੰ ਜੱਡੇ ਦਾ ਫਾਇਦਾ ਹੋਣਾ, ਕਿਸੇ ਨੂੰ ਨਹੀਂ ਹੋਣਾ। ਪਰ ਨਵਜੋਤ ਸਿੰਘ ਉਦੋਂ ਵੀ ਗਰਜਿਆ
ਕਹਿੰਦਾ ਬਚੋਏ ਤੋਂ ਇਹ ਰਾਜਾਂ ਨੂੰ ਮੰਗ ਤੇ ਬਣਾ ਦੂ ਜੀ ਕਿਹਦੀ ਗੱਲ ਸਹੀ ਹੋਈ ਜੀ ਮੈਨੂੰ ਇਹ ਦੱਸੋ ਨਵਜੋਤ ਕਾਂਗਰਸ ਦੇ ਵਿੱਚ ਸੀ ਨਾ ਇੱਕ ਮੰਤਰੀ ਕਹਿ ਰਿਹਾ ਇਹਦੇ ਵਰਗਾ ਸੁਗਾਤ ਸਾਨੂੰ ਕੋਈ ਨਹੀਂ ਇੱਕ ਮੰਤਰੀ ਕਹਿ ਰਿਹਾ ਮੰਗ ਤੇ ਬਣਾ ਦੂ ਰਾਜਾਂ ਨੂੰ ਬਿਲਕੁਲ ਸੋ ਇਸ ਕਰਕੇ ਪੰਜਾਬ ਦੀ ਲੀਡਰਸ਼ਿਪ ਆ ਜਿਹੜੀ ਉਹ ਵੀ ਦੋਸ਼ੀ ਆ ਉਹ ਵੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਖਾਤਰ ਨਹੀਂ ਲੜੀ ਨਹੀਂ ਖੜੀ ਉਹ ਆ ਗੱਲਾਂ ਜਿਹੜੀਆਂ ਆਪਾਂ ਕਹਿੰਦੇ ਉਹ ਹੁਣ ਵੀ ਨਹੀਂ ਕਰ ਰਹੀ ਤੁਹਾਨੂੰ ਲੱਗਾ ਫੈਡਰਲ ਢਾਂਚੇ ਨੂੰ ਫਿਰ ਖੜਾ ਕੌਣ ਕਰੇਗਾ ਪੰਜਾਬ ਇਹ ਤਾਂ ਤਬਦੀਲੀ ਆਉਣੀ ਹੈ ਨਾ ਜੀ ਸਿਆਸੀ ਜੇ ਅੱਜ ਸਿਆਸੀ ਪਹਿਲਾਂ ਦੇਖੋ ਫੈਡਰਲਿਜ਼ਮ ਖਾਤਰ ਲੜਾਈ ਵੀ ਲੜਦੇ ਰਹੇ ਲੋਕ ਫੈਡਰਲ ਅੰਸ਼ ਵੀ ਸੰਵਿਧਾਨ ਦੇ ਵਿੱਚ ਇਹ ਸੀ ਲੜਾਈ ਵੀ ਲੜਦੇ ਸੀ ਜਦੋਂ ਧਰਮ ਯੁੱਧ ਮੋਰਚੇ ਤੋਂ ਬਾਅਦ ਆਨੰਦਪੁਰ ਦਾ ਮਤਾ ਅਕਾਲੀਆਂ ਦੀ ਮਤਲਬ ਜਿਹਨੂੰ ਆਪਾਂ ਕਹਿੰਦੇ ਪੂੰਝ ਕੇ ਸਿੱਟਤਾ ਫੈਡਰਲ ਢਾਂਚੇ ਦੀ ਗੱਲ ਖਤਮ ਹੋ ਗਈ ਦਹਿਸ਼ਤ ਪੈ ਗਈ ਆਲੇ ਦੁਆਲੇ ਜੋ ਕੁਝ ਮਤਲਬ ਕੇਂਦਰੀਕਰਨ ਹੋਈ ਗਿਆ ਤਾਕਤਾਂ ਦਾ ਕਰੀਂਗੇ ਸਭ ਨੂੰ ਪ੍ਰਵਾਨਗੀ ਨਹੀਂ ਗੇ ਇਹਦੀ ਖਾਤਰ ਤਾਂ ਇੱਕ ਨਵੀਂ ਸਿਆਸੀ ਸੋਚ ਆ ਜਿਹੜੀ ਉਹਦੇ ਉੱਪਰ ਨਹੀਂ ਲੋੜ ਆ ਉਹ ਦੇਸ਼ ਦੇ ਵਿੱਚ ਵੀ ਉੱਭਰ ਨਹੀਂ ਲੋੜ ਆ ਪੰਜਾਬ ਦੇ ਵਿੱਚ ਵੀ ਉਭਾਰ ਦੀ ਲੋੜ ਆ ਮਤਲਬ ਇਹਦਾ ਇੱਕੋ ਇੱਕ ਹੱਲ ਹੈ ਕਿ ਫੈਡਰਲ ਢਾਂਚਾ ਜੇ ਕਾਨੂੰਨ ਮੰਨ ਲਓ ਕਿ ਕੇਂਦਰ ਸਰਕਾਰ ਕਿਸੇ ਦਬਾਅ ਵਿੱਚ ਆ ਕੇ ਕਾਨੂੰਨ ਰੱਦ ਵੀ ਕਰ ਦਿੰਦੀ ਹੈ ਫਿਰ ਲੱਗਦਾ ਕਿ ਪੰਜਾਬ ਦਾ ਭਲਾ ਹੋ ਸਕਦਾ ਨਹੀਂ ਪਹਿਲੀ ਗੱਲ ਉਹ ਰੱਦ ਕਰਦੀ ਹੁੰਦੀ ਕਰ ਸਕਦੀ ਹੁੰਦੀ ਦੇਖੋ ਜਿੱਥੇ ਉਹ ਆਪ ਐਵੇਂ ਕਹੀ ਜੀ ਉਹਨਾਂ ਨੇ ਜਿਹੜਾ ਇਹਨਾਂ ਨੇ ਝੂਠੀਆਂ ਗੱਲਾਂ ਪ੍ਰਚਾਰੀਆਂ ਮੈਂ ਝੂਠੀਆਂ ਕਹਿਣਾ ਅਸਲ ਨਹੀਂ ਪ੍ਰਚਾਰੀਆਂ ਉਹ ਝੂਠੀਆਂ ਦਾ ਕੋਈ ਨਾ ਕੋਈ ਹੱਲ ਕੱਢ ਦੇਣਾ ਜੀ ਹੱਲ ਕੱਢ ਕੇ ਨਾ ਧਰਨੇ ਬਸ ਉਹੀ ਉਸੇ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਅਸੀਂ ਪਹਿਲਾਂ ਜਿਹੜੀ ਐਮਐਸਪੀ ਨੂੰ ਕਹਿੰਦੇ ਸੀ ਇਹਨੇ ਖੂਨ ਨਿਚੋੜ ਲਿਆ ਖੁਦਕੁਸ਼ੀਆਂ ਦੀ ਖੇਤੀ ਕਰ ਹੁਣ ਅਸੀਂ ਉੱਥੇ ਆ ਗਏ ਉਸੇ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਆ ਰਹਿਣ ਬਸ ਇੱਕ ਥੋੜਾ ਜਿਹਾ ਬਾਕੀ ਨਹੀਂ ਇਹਦਾ ਪੰਜਾਬ ਨੂੰ ਕੀ ਫਾਇਦਾ ਹੋ ਸਾਨੂੰ ਇਹ ਤਾਂ ਦੱਸੋ ਨਾ ਜੀ ਬਿਲਕੁਲ ਜਿਹੜਾ ਖੇਤੀ ਮਾਡਲ ਆ ਉਹਨੂੰ ਬਦਲਣ ਦਾ ਏਜੰਡਾ ਕਿਸਾਨ ਯੂਨੀਅਨਾਂ ਕਿਉਂ ਨਹੀਂ ਸਾਹਮਣੇ ਲਿਆਉਂਦੀਆਂ ਤੇ ਉਹ ਸਰਕਾਰਾਂ ਅੱਗੇ ਕਿਉਂ ਨਹੀਂ ਰੱਖਦੀਆਂ ਵੀ ਤੁਸੀਂ ਆਹ ਕਰੋ ਸੋ ਸਵਾਲ ਇੱਥੇ ਆ ਕੇ ਸਵਾਲ ਇਹ ਵੀ ਇਹਨਾਂ ਨੇ ਜਾਂ ਤਾਂ ਇਹ ਕਹਿ ਲਈਏ ਕਿ ਇਹਨਾਂ ਨੇ ਉਹ ਪੜਿਆ ਨਹੀਂ ਕਿ ਬਸ ਉੱਪਰਲੀਆਂ ਦੋ ਚਾਰ ਮਦਾਂ ਲਿਆ ਕੇ ਉਹ ਦੱਸ ਰਹੇ ਨੇ ਲੋਕਾਂ ਨੂੰ ਜਿਵੇਂ ਭਾਜਪਾ ਵਾਲੇ ਵੀ ਕਹਿ ਰਹੇ ਨੇ ਕਿਸਾਨਾਂ ਨੂੰ ਗੁੰਮਰਾਹ ਕਰਨੇ ਅਸਲ ਮੁੱਦੇ ਦੇ ਉੱਤੇ ਗੱਲ ਕਰਨ ਉਹਨਾਂ ਨਾਲ ਜਾ ਅਸਲ ਮੁੱਦੇ ਜਿਹੜੀ ਗੱਲਬਾਤ ਹੁੰਦੀ ਦੇਖੋ ਸਰਕਾਰਾਂ ਨੂੰ ਵੀ ਪਤਾ ਸੀ ਕੀ ਹੋ ਰਿਹਾ ਚੱਲਣ ਦਿੱਤਾ ਉਹ ਜਦੋਂ ਉਹਨਾਂ ਨੇ ਕਿਹਾ ਵੀ ਠੀਕ ਆ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਗੱਲਬਾਤ ਦੇ ਮਸਲੇ ਤੇ ਕਿਸਾਨਾਂ 'ਚ ਦੁਫਾੜ ਹੋ ਜਾਣੀ ਆ ਕਿਉਂਕਿ ਇੱਕ ਧਿਰ ਤਾਂ ਇਹਨਾਂ ਦੀ ਇਹੀ ਜੀ ਆ ਜਿਹੜੀ ਗੱਲਬਾਤ ਕਰਨੀ ਨਹੀਂ ਚਾਹੁੰਦੀ ਕੋਈ ਨਾ ਕਿਉਂਕਿ ਉਹ ਗੱਲਬਾਤ ਰਾਹੀਂ ਕੋਈ ਮਸਲਾ ਹੀ ਨਹੀਂ ਹੱਲ ਕੈਪਟਨ ਸਾਹਿਬ ਦੀ ਮਨਸ਼ਾ ਕਿੱਦਾਂ ਦੀ ਲੱਗਦੀ ਹੈ ਕੈਪਟਨ ਸਾਹਿਬ ਪਹਿਲਾਂ ਕਹਿੰਦੇ ਨੇ ਕਿ ਰੇਲ ਪਟੜੀਆਂ ਖਾਲੀ ਕਰ ਦਿਓ ਪੰਜਾਬ 'ਚ ਹਨੇਰਾ ਛਾ ਜਾਊਗਾ ਫਿਰ ਕੈਪਟਨ ਸਾਹਿਬ ਕਹਿੰਦੇ ਕਿ ਮੈਨੂੰ ਜਿਹੜਾ ਉਹ ਦਬਾਅ 'ਚ ਨਹੀਂ ਲਿਆ ਸਕਦੇ ਕਿਸਾਨ ਜਥੇਬੰਦੀਆਂ ਕਿ ਸੈਸ਼ਨ ਸੱਦ ਲਓ ਨਾ ਤਾਂ ਉਧਰ ਮਤਾ ਪਾਇਆ ਤੇ ਨਾ ਉਧਰ ਬਿਜਲੀ ਵਾਲਾ ਜਿਹੜਾ ਡਰਾਵਾ ਜਿਹਾ ਪਾ ਦਿੱਤਾ ਨਾਲੇ ਹੁਣ ਇੱਕ ਹੋਰ ਗੱਲ ਮੈਂ ਸੁਣੀ ਹੈ ਕਿ ਮੋਟਰਾਂ ਦੇ ਉੱਤੇ ਵੀ ਕਹਿੰਦੇ ਜਿਹੜਾ ਬਿਜਲੀ ਦਾ ਸਮਾਂ ਘਟਾਤਾ ਉਧਰ ਵੀ ਨਹੀਂ ਉਹ ਤਾਂ ਬਿਜਲੀ ਦਾ ਉਹ ਤਾਂ ਠੀਕ ਆ 5 ਘੰਟੇ ਬਿਜਲੀ ਦਿੰਦੇ ਸੀ ਹੁਣ 2 ਘੰਟੇ ਦੇਣ ਲੱਗ ਗਏ ਉਧਰ ਬਚਾਉਣ ਲੱਗ ਗਏ ਉਹ ਦੇਖੋ ਸੰਕਟ ਉਹ ਕਹਿੰਦੇ ਹਨੇਰਾ ਛਾ ਜਾਊਗਾ ਹੈ ਕੋਈ ਇਹੋ ਜਿਹੀ ਗੱਲ ਨਹੀਂ ਹਨੇਰਾ ਨੂਰਾ ਕਦੇ ਨਹੀਂ ਛਾਉਂਦਾ ਹੁੰਦਾ ਇਹ ਵੀ ਗੱਲ ਗਲਤ ਆ ਜਿਹੜੇ ਕਹਿੰਦੇ ਨੇ ਲੋਕਡਾਊਨ 'ਚ ਰੇਲ ਗੱਡੀਆਂ ਨਹੀਂ ਚੱਲੀਆਂ ਰੇਲ ਗੱਡੀਆਂ ਚੱਲੀਆਂ ਮਨਪ੍ਰੀਤ ਬਾਦਲ ਕਹਿੰਦਾ ਸੀ ਵੀ ਆਹ ਸਮਾਂ ਜਿਹੜਾ ਪੰਜਾਬ ਲਈ ਬੜਾ ਸੁਗਾਤ ਵਾਲਾ ਰੋਜ਼ 23-24 ਰੇਲ ਗੱਡੀਆਂ ਜਾਂਦੀਆਂ ਨੇ ਪੰਜਾਬ ਦੇ ਗੋਦਾਮ ਖਾਲੀ ਹੋ ਰਹੇ ਨੇ ਸਾਨੂੰ ਉਹ ਧਰਨਾ ਪਊ ਪਰ ਜੋ ਗੱਲ ਹੁਣ ਇਹ ਮੈਂ ਤਾਂ ਇਹ ਸਮਝਦਾ ਜਿਹੜੀ ਕਿਸਾਨ ਲੀਡਰਸ਼ਿਪ ਆ ਨਾ ਜੀ ਨੀਤੀ ਦੇ ਤੌਰ ਤੇ ਕਾਂਗਰਸ ਭਾਜਪਾ ਅਕਾਲੀਆਂ 'ਚ ਆਮ ਆਦਮੀ ਪਾਰਟੀ 'ਚ ਨੀਤੀ ਦੇ ਤੌਰ ਤੇ ਕੋਈ ਫਰਕ ਨਹੀਂ ਟੈਕਟੀਕਲ ਮਾੜੇ ਮੋਟੇ ਵਿਰੋਧ ਕਰਦੇ ਨੇ ਜਿਹਦੇ ਕਰਕੇ ਪਰ ਸੱਤਾ ਦੇ ਵਿੱਚ ਕਿਉਂਕਿ ਭਾਜਪਾ ਕਾਂਗਰਸ ਨੇ ਜੋ ਵੀ ਵਿਰੋਧ ਕੀਤਾ ਆਪਦੀ ਵੋਟ ਸਿਆਸਤ ਖਾਤਰ ਕੀਤਾ ਕੈਪਟਨ ਵੀ ਆਪਦੀ ਵੋਟ ਸਿਆਸਤ ਖਾਤਰ ਕਰ ਰਿਹਾ ਪਰ ਜਦੋਂ ਕਿਸਾਨਾਂ ਦੀ ਜਿਹੜੀ ਇੱਕ ਧਿਰ ਆ ਉਹਨਾਂ ਨੇ ਇਹ ਧਮਕੀ ਦੇ ਦਿੱਤੀ ਵੀ 7 ਦਿਨਾਂ 'ਚ ਅਜਲਾਸ ਬੁਲਾਓ ਨਹੀਂ ਅਸੀਂ ਤੁਹਾਡੇ ਨਾਲ ਵੀ ਭਾਜਪਾ ਵਾਲੀ ਕਰਾਂਗੇ ਜਿਵੇਂ ਭਾਜਪਾ ਨਾਲ ਕਰਦੇ ਆ ਉਵੇਂ ਜੇਕਰ ਤੁਹਾਡੇ ਲੀਡਰਾਂ ਨੂੰ ਘੜੀਸਾਂਗੇ ਹੁਣ ਐਕਸ਼ਨ ਦਾ ਰਿਐਕਸ਼ਨ ਹੁੰਦਾ ਨਾ ਜੀ ਉਹਦੇ ਵਿੱਚ ਉਹਨਾਂ ਨੇ ਇੱਕ ਪੈਂਤੜਾ ਵਾਰਿਆ ਇਹ ਗੱਲਾਂ ਲੈ ਕੇ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੀ ਕੁਝ ਹਿੱਸੇ ਨੂੰ ਜੱਚਦਾ ਕੱਲ ਬਰਨਾਲੇ ਮੀਟਿੰਗ ਹੋਈ ਆ ਅੱਜ ਰਿਪੋਰਟਿੰਗ ਆਈ ਆ ਵੀ ਕੁਝ ਜਥੇਬੰਦੀਆਂ ਕਹਿੰਦੀਆਂ ਨੇ ਆਪਾਂ ਕਿਉਂਕਿ ਹੁਣ ਕਣਕ ਦੀ ਬਿਜਾਈ ਵੀ ਆ ਗਈ ਉਹਦੇ ਖਾਤਰ ਖਾਦ ਵੀ ਚਾਹੀਦੀ ਆ ਆਪਾਂ ਇਹਨੂੰ ਕੁਝ ਚਿਰ ਲਈ ਮੁਲਤਵੀ ਕਰ ਦਈਏ ਕੁਝ ਕਹਿੰਦੇ ਨੇ ਨਹੀਂ ਜੀ ਇਹ ਇਸੇ ਤਰ੍ਹਾਂ ਚੱਲਦੇ ਰਹਿਣਾ ਚਾਹੀਦਾ ਮੀਟਿੰਗ ਮੁਲਤਵੀ ਕੀਤੀ ਹੁਣ ਮੁੜ ਕੇ ਦੁਬਾਰਾ ਸੱਦੀ ਆ ਸੋ ਇਹ ਫਿਰ ਕਾਂਗਰਸ ਨੇ ਕਿਸਾਨ ਲੀਡਰਸ਼ਿਪ ਪ੍ਰਤੀ ਉਹੀ ਟਕਰਾਅ ਵਾਲੀ ਪਹੁੰਚ ਅਪਣਾ ਲਈ ਇਹ ਮੈਨੂੰ ਇਹ ਲੱਗਦਾ ਇਹ ਸਿਆਣਪ ਨਹੀਂ ਹੈ ਕਿਸਾਨ ਜਥੇਬੰਦੀਆਂ ਦੀ ਟੈਕਟੀਕਲੀ ਉਹਨਾਂ ਨੂੰ ਭਾਜਪਾ ਤੇ ਫੋਕਸ ਰੱਖਣਾ ਚਾਹੀਦਾ ਪੰਜਾਬ ਸਰਕਾਰ ਨੇ ਜਿੰਨਾ ਢਿੱਲਾ ਰਵੱਈਆ ਅਪਣਾਇਆ ਉਹਦੇ ਕਰਕੇ ਇਹ ਅੰਦੋਲਨਾਂ ਬਿਲਕੁਲ ਨਹੀਂ ਤਾਂ ਸਰਕਾਰ ਚਾਹੁੰਦੀ ਤੇ ਸਰਕਾਰ ਨੇ ਪਹਿਲਾਂ ਹੀ ਮੈਂ ਨਹੀਂ ਕਹਿੰਦਾ ਉਹਨਾਂ ਦੀ ਆਪਣੀਆਂ ਮਿਣਤੀਆਂ ਨੇ ਸਹਾਈ ਹੋਇਆ ਹੁਣ ਭਾਜਪਾ ਦੀ ਆਪਣੀਆਂ ਮਿਣਤੀਆਂ ਨੇ ਵੀ ਅੰਦੋਲਨ ਨੂੰ ਅਸੀਂ ਗੱਲਬਾਤ ਰਹੀ ਸੱਦਾ ਕਰਕੇ ਕਹਿਣਾ ਵੀ ਆਹ ਦੇਖੋ ਅਸੀਂ ਗੱਲ ਕਰਤੀ ਸੋ ਇਸ ਕਰਕੇ ਇਹ ਕੈਪਟਨ ਸਾਹਿਬ ਨੇ ਜਿਹੜੇ ਉਸ ਐਂਗਲ ਤੋਂ ਇਹ ਗੱਲ ਆ ਜਿਹੜੀ ਉਹ ਸਾਹਮਣੇ ਲੈ ਕੇ ਆ ਰਹੇ ਨੇ ਅਖੀਰ 'ਚ ਦੱਸੋ ਕਿ ਜਿਹੜੀ ਇਹਨਾਂ ਦੀ ਹੁਣ ਕੇਂਦਰ ਨਾਲ ਮੁਲਾਕਾਤ ਲੱਗਦਾ ਹੈ ਇਹ ਮੁਲਾਕਾਤ ਕਰਨ ਚਲੇ ਜਾਣਗੇ ਕੇਂਦਰ ਦੇ ਨਾਲ ਇਹ ਮੇਰਾ ਆਖਰੀ ਸਵਾਲ ਹੈ ਦੇਖੋ ਪਹਿਲੀ ਗੱਲ ਤੇ ਹੈ ਜੀ ਗੱਲਬਾਤ ਦੇ ਰਾਹ ਹਮੇਸ਼ਾ ਖੁੱਲੇ ਰੱਖਣੇ ਚਾਹੀਦੇ ਆ ਪਹਿਲਾਂ ਵੀ ਇਹ ਕਹਿਣਾ ਵੀ ਜਦੋਂ ਤੱਕ ਆਰਡੀਨੈਂਸ ਨਹੀਂ ਵਾਪਸ ਲੈਂਦੇ ਕੋਈ ਗੱਲ ਨਹੀਂ ਹੋਊ ਫਿਰ ਗੱਲ ਹੀ ਕਾਹਦੀ ਹੈ ਜੀ ਹੁਣ ਵੀ ਜਦੋਂ ਤੁਸੀਂ ਕਹਿੰਦੇ ਹੋ ਠੀਕ ਉਹ ਇਹ ਗੱਲ ਉਹਨਾਂ ਦੀ ਠੀਕ ਆ ਜਿਹੜੀ ਪਹਿਲੀ ਚਿੱਠੀ ਆਈ ਸੀ
ਉਹ ਇੱਕ ਕਾਨਫਰੰਸ 'ਚ ਸ਼ਾਮਲ ਹੋਣ ਲਈ ਆਏ ਸੀ, ਉਹਨੂੰ ਗਲਤ ਪੇਸ਼ ਕੀਤਾ ਗਿਆ ਵੀ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ। ਪਰ ਜਿਹੜੀ ਹੁਣ ਚਿੱਠੀ ਆਈ ਆ, ਇਹ ਤਾਂ ਗੱਲਬਾਤ ਲਈ ਕਲੀਅਰ ਕੱਟ ਸੱਦਾ ਜੀ ਖੇਤੀ ਮੰਤਰਾਲੇ ਵੱਲੋਂ ਸੱਦਾ ਦਿੱਤਾ ਗਿਆ, ਉਸੇ ਵੱਲੋਂ ਸਕੱਤਰ ਵੱਲੋਂ ਦਿੱਤਾ ਗਿਆ। ਜਦੋਂ ਕੇਂਦਰ ਸਰਕਾਰ ਬੁਲਾਉਂਦੀ ਆ ਉਹਦਾ ਮਤਲਬ ਸਰਕਾਰ ਹੀ ਬੁਲਾਉਂਦੀ ਆ ਜੀ। ਇਹਦਾ ਇੱਕ ਹੋਰ ਵੀ ਹੋ ਸਕਦਾ ਵੀ ਮੋਦੀ ਚਿੱਠੀ ਕੱਢਦਾ ਜੀ, ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਚਿੱਠੀ ਆਉਂਦੀ ਵੀ ਖੇਤੀ ਮੰਤਰਾਲੇ ਨਾਲ ਮੀਟਿੰਗ ਕਰੋ। ਇਹ ਤੇ ਘੁਣਤਰਾ ਕਾਨੂੰਨੀ ਇੱਕ ਗੱਲ ਨੂੰ ਹੋਰ ਇਹ ਵੀ ਇਹ ਕਹਿ ਸਕਦੇ ਨੇ। ਦੂਜੀ ਗੱਲ ਇਹ ਵੀ ਕਹਿ ਸਕਦੇ ਨੇ ਵੀ ਦਿੱਲੀ ਨਹੀਂ ਜੇ ਅਸੀਂ ਜਾਣਾ ਜੀ, ਚੰਡੀਗੜ੍ਹ ਆ ਕੇ ਗੱਲ ਕਰੋ। ਜਿਹੜਾ ਹਿੱਸਾ ਇੱਕ ਗੱਲਬਾਤ ਕਰਨ ਲਈ ਚਾਹੁੰਦਾ, ਇੱਕ ਗੱਲਬਾਤ ਨਹੀਂ ਕਰਨਾ ਚਾਹੁੰਦਾ, ਮੈਨੂੰ ਇਹ ਲੱਗਦਾ ਵੀ ਇਹ ਮਤਭੇਦ ਕਿਸਾਨਾਂ 'ਚ ਉੱਭਰਨਗੇ ਹੁਣ ਇਹਨਾਂ ਦਿਨਾਂ ਦੇ ਦੌਰਾਨ। ਉਹ ਕਿਵੇਂ ਨਿਬੜਦੇ ਨੇ ਉਹ ਤਾਂ ਸਮਾਂ ਦੱਸੂ, ਪਰ ਇਹ ਅੰਦੋਲਨ ਨੂੰ ਹੈਂਡਲ ਕਰਨ ਲਈ ਫਾਈਨਲ ਸਟ੍ਰੋਕ ਆ ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਲਾਉਣ ਲੱਗ ਗਈਆਂ, ਮੇਰੀ ਅਸੈਸਮੈਂਟ ਜੀ। ਮਤਲਬ ਕਿ ਹੁਣ ਇਹਨੂੰ ਅੰਦੋਲਨ ਨੂੰ ਜਿਹੜਾ ਉਹ ਖੁੱਡੇ ਲੈਣ ਦੀ ਤਿਆਰੀ ਹੋ ਰਹੀ ਹੈ ਵੀ ਕੁਝ ਨਵਾਂ ਹੁਣ ਪੰਜਾਬ ਦੇ ਵਿੱਚ 2022 ਦਾ ਸਿਨੈਰੀਓ ਵੀ ਤਾਂ ਤਿਆਰ ਕਰਨਾ ਨਾ, ਕੋਈ ਹੋਰ ਨਵਾਂ ਮੁੱਦਾ ਲਿਆਉਣਾ। 2022 ਦਾ ਸਿਨੈਰੀਓ ਤਿਆਰ ਹੋ ਗਿਆ ਜੀ। ਕਿਸਾਨ ਯੂਨੀਅਨਾਂ ਨੇ ਇਹ ਕਹਿਤਾ, ਕਿਸਾਨ ਯੂਨੀਅਨਾਂ ਤੇ ਸਾਰੀਆਂ ਵਿਰੋਧੀ ਪਾਰਟੀ ਦਾ ਏਜੰਡਾ ਇੱਕ ਬਣ ਗਿਆ ਨਾ ਜੀ, ਖੇਤੀ ਆਰਡੀਨੈਂਸ ਰੱਦ ਕਰੋ। ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਵੀ ਆਹ ਬਦਲੋ, ਆਹ ਕਰੋ, MSP ਕਰੋ, ਜਿਹੜੇ ਜ਼ਰੂਰੀ ਨੇ ਉਹ ਤਾਂ ਕਿਸੇ ਦਾ ਏਜੰਡਾ ਹੀ ਨਹੀਂ ਜੀ। ਜਦੋਂ ਸਾਂਝਾ ਏਜੰਡਾ ਬਣ ਗਿਆ ਤੁਹਾਡਾ, ਉਹ ਏਜੰਡੇ ਦੀ ਵਿਆਖਿਆ ਅੱਡੋ ਅੱਡਾ। ਹੁਣ ਉਹ ਏਜੰਡੇ ਤੇ ਜਦੋਂ ਗਾਹਾਂ ਗੱਲਬਾਤ ਆਊ, ਉਹ ਗੱਲਬਾਤ 'ਚ ਸਾਰਿਆਂ ਦੇ ਪਾਰਟੀਆਂ ਨੇ ਆਪੋ ਆਪ ਦਾ ਸਮਾਜੀਦਾਰ ਇਕੱਠਾ ਕਰਨਾ ਸ਼ੁਰੂ ਕਰਤਾ। ਰਾਹੁਲ ਗਾਂਧੀ ਦੀ ਟਰੈਕਟਰ ਯਾਤਰਾ, ਸੁਖਵੀਰ ਦੀ ਟਰੈਕਟਰ ਯਾਤਰਾ, BJP ਦੀ ਟਰੈਕਟਰ ਯਾਤਰਾ, ਤੇ ਭਗਵੰਤ ਮਾਨ ਜਿਹੜਾ ਮਖੌਲ ਉਡਾਉਂਦਾ ਹੁੰਦਾ ਸੀ ਸਵੈਰਾਜ ਦਾ, ਜਿਹੜੀ ਆਮ ਆਦਮੀ ਪਾਰਟੀ ਦਾ ਬੁਨਿਆਦੀ ਅਸੂਲ ਸੀ ਇੱਕ ਸਵਰਾਜ, ਲੋਕਾਂ ਦੀ ਰਾਏ, ਲੋਕਾਂ ਕੋਲੇ ਤਾਕਤ। ਉਹ ਜਦੋਂ ਉਹਦਾ ਸਿਆਸੀ ਤੌਰ ਤੇ ਲਾਮਬੰਦੀ ਕਰਨ ਦੀ ਸਮਰੱਥਾ ਖੁੱਸ ਗਈ, ਹੁਣ ਗਲੀਆਂ 'ਚ ਰੌਲਾ ਪਾਉਂਦਾ ਫਿਰਦਾ, ਆਓ ਗ੍ਰਾਮ ਸਭਾ ਕਰੀਏ, ਲੋਕਾਂ ਦੀ ਤਾਕਤ ਉਹ ਹੁੰਦੀ ਆ। ਉਹਦੇ ਬਾਰੇ ਵੀ ਚਾਹੇ ਗੱਪ ਮਾਰਦਾ, ਇਹ ਵੀ ਉਹਦੀ ਰਾਜਨੀਤੀ ਹੈ। ਕਹਿੰਦਾ ਇਹ ਵੀ ਰਾਜਨੀਤੀ ਦਿੱਲੀ ਚੱਲੇ, ਜੰਤਰ ਮੰਤਰ ਤੇ ਚੱਲੇ, ਉੱਥੇ ਧਰਨਾ ਦੇਣ। ਨਹੀਂ, ਉਹਦੇ ਵਿੱਚ ਕੀ ਆ ਜੀ? ਦੇਖੋ ਅੱਜ ਤੱਕ ਦੀ ਪ੍ਰੈਕਟਿਸ ਇਹ ਆ, ਦਿੱਲੀ ਮੋਰਚਾ ਲਾ ਕੇ ਕਿਹੜੇ ਅੰਦੋਲਨ ਦੀ ਮੰਗ ਮੰਨੀ ਗਈ ਆ? ਕੋਈ ਇੱਕ ਸਾਹਮਣੇ ਦੱਸਣ। ਦਿੱਲੀ ਮੋਰਚਾ ਲਾਉਣ ਦਾ ਮਤਲਬ ਆ ਤੁਹਾਡੀ ਧਰਤੀ ਤੋਂ ਖੇਡ ਦੋ। ਜਦੋਂ ਤੁਹਾਡਾ ਪੰਜਾਬ 'ਚ ਮੋਰਚਾ ਸਰਗਰਮਾ, ਆਪੀ ਦਿੱਲੀ ਤੁਹਾਨੂੰ ਬੰਦਿਆਂ ਨੂੰ ਬੁਲਾਊ, ਗੱਲ ਕਰੋ ਸਾਡੇ ਨਾਲ। ਤੁਸੀਂ ਲੱਖਾਂ ਲੋਕਾਂ ਨੂੰ ਢੋਣ ਦੇ ਚੱਕਰ 'ਚ ਕਿਉਂ ਪਵਾਉਂਦੇ? ਮੈਂ ਤਾਂ ਇਸ ਹੱਕ 'ਚ ਨਹੀਂ ਆ। ਅੱਧਾ ਉੱਥੇ ਜਾ ਕੇ ਤੁਸੀਂ ਅੱਧਾ ਤਾਂ ਆਪਣੇ ਮੈਦਾਨ ਕੋਈ ਕੁਦਰਤੀਓ ਪੈਰੋਂ ਉਖੜ ਜਾਂਦੇ ਹੋ। ਸੋ ਜਦੋਂ ਇੱਥੇ ਦੂਜਾ ਘੋਲ ਦੇ ਰੂਪ ਤੁਸੀਂ ਉਹ ਅਪਣਾਓ ਜਿਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਹੋਵੇ। ਤੁਸੀਂ ਰੂਪ ਉਹ ਬਣਾ ਰਹੇ ਹੋ ਟਕਰਾਅ ਵਾਲੇ, ਜਿਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਘਟਦੀ ਆ। ਸੋ ਉਹੋ ਜਿਹੇ ਘੋਲ ਰੂਪ ਬਣਾਓ ਤੁਸੀਂ ਵੀ ਆਉਣ ਵਾਲੇ ਸਮੇਂ 'ਚ ਜੀ 2 ਘੰਟੇ ਸਾਰਾ ਪੰਜਾਬ ਘਰਾਂ ਤੋਂ ਬਾਹਰ ਰਹਿ ਕੇ ਕਾਲੀਆਂ ਝੰਡੀਆਂ, ਜਾਣੀ ਜੋ ਜੀਵਨ ਚੱਲ ਰਿਹਾ ਪੰਜਾਬ ਦਾ, ਉਹਦੇ ਵਿੱਚ ਬਾਹਲਾ ਵਿਘਨ ਵੀ ਨਾ ਪਵੇ, ਲੋਕਾਂ ਦੀ ਪਾਰਟਿਸਪੇਸ਼ਨ ਵਧੇ। ਇੱਧਰਲੇ ਇਹੋ ਜਿਹੇ ਘੋਲ ਰੂਪ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਸੀ। ਚਲੋ ਕਿਸਾਨ ਯੂਨੀਅਨਾਂ ਨੇ, ਨਾ ਕਿ ਲੋਕਾਂ ਨੂੰ ਜਿਹੜਾ ਉਲਝਾਇਆ ਜਾਵੇ ਕਿ ਚਲੋ ਦਿੱਲੀ ਚੱਲੀਏ ਤੇ ਚਲੋ ਫਲਾਣੇ ਤਾਂ ਚੱਲੀਏ। ਸਿਆਸੀ ਪਾਰਟੀਆਂ ਦਾ ਸਿੱਧਾ ਫਾਰਮੂਲਾ ਅਪਣਾ ਲਿਆ, ਉਹਨਾਂ ਕੋਲੇ ਹੱਲ ਨਹੀਂ ਜੀ। ਸੁਖਵੀਰ ਵੀ ਕਹਿੰਦਾ ਕਿਸਾਨ ਯੂਨੀਅਨਾਂ ਜੋ ਕਰਨਗੀਆਂ ਜੀ ਸਾਨੂੰ ਮਨਜ਼ੂਰ ਆ। ਗਾਇਕ ਵੀ ਕਹਿਣ ਲੱਗ ਗਏ ਕਿਸਾਨ ਯੂਨੀਅਨਾਂ ਜੋ ਕਰਨਗੀਆਂ ਜੀ ਸਾਨੂੰ ਮਨਜ਼ੂਰ ਆ। ਜਦੋਂ ਤੁਸੀਂ ਪਹਿਲੀ ਇਹ ਕਹਿਤਾ, ਫਿਰ ਕਿਸਾਨ ਯੂਨੀਅਨ ਜੋ ਕਰਨਗੀਆਂ ਤੁਹਾਨੂੰ ਮਨਜ਼ੂਰ ਕਰਨਾ ਪਊ। ਬਿਲਕੁਲ। ਤੇ ਸਿਆਸੀ ਪਾਰਟੀਆਂ ਤਾਂ ਹਾਲਤ ਇਸ ਹਮਾਮ 'ਚ, ਖੇਤੀ ਕਾਨੂੰਨਾਂ ਦੇ ਹਮਾਮ 'ਚ ਸਾਰੇ ਲੱਗੇ ਨੇ। ਇਹ ਸਮਝਣ ਦੀ ਲੋੜ ਆ, ਲੜਾਈ ਉਦੋਂ ਹੀ ਸਾਰਥਕ ਹੁੰਦੀ ਆ ਜਦੋਂ ਤੁਸੀਂ ਸੰਕਟ ਦੇ ਕਾਰਨ ਤੇ ਉਹਨਾਂ ਦਾ ਹੱਲ ਪੇਸ਼ ਕਰੋ, ਬਦਲ ਪੇਸ਼ ਕਰੋ ਵੀ ਆਹ ਨਹੀਂ ਆਹ ਕਰੋ। ਇਹ ਕਹਿਣਾ ਨਾ ਜੀ ਬਸ ਸਾਨੂੰ ਨਹੀਂ ਪਤਾ ਜੀ, ਸਾਡਾ ਤਾਂ ਕਣਕ ਝੋਨਾ ਖਰੀਦੋ, ਐ ਨਹੀਂ ਅੰਦੋਲਨ ਚੱਲਦੇ। ਸ਼ੁਕਰੀਆ ਮਾਲੀ ਸਾਹਿਬ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ, ਜਿਨ੍ਹਾਂ ਨੇ ਬੜੇ ਹੀ ਵਿਸਥਾਰ ਦੇ ਵਿੱਚ ਦੱਸਿਆ ਸੀ ਕਿ ਲੰਮੀ ਚੌੜੀ ਚਰਚਾ ਜਿਹੜੀ ਹੈ ਉਹ ਇਸ ਕਰਕੇ ਕੀਤੀ ਹੈ ਤਾਂ ਕਿ ਲੋਕਾਂ ਨੂੰ ਸਮਝ ਆਵੇ ਕਿ ਖੇਤੀ ਕਾਨੂੰਨ ਸਮੱਸਿਆ ਕੀ ਹੈ, ਹੱਲ ਕੀ ਹੈ। ਇਹ ਕਹਿੰਦੇ ਨੇ ਕਿ ਫੈਡਰਲਿਜ਼ਮ ਜਿਹੜਾ ਉਹ ਢਾਂਚਾ ਇੱਕ ਤਿਆਰ ਕਰਨਾ ਚਾਹੀਦਾ, ਪਰ ਪੰਜਾਬ ਦੇ ਵਿੱਚ ਕੀ ਅਜਿਹਾ ਹੋ ਸਕਦਾ ਹੋ ਵੀ ਸਕਦਾ ਹੈ ਕਿ ਨਹੀਂ ਹੋ ਸਕਦਾ, ਇਹਦੇ ਉੱਤੇ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਕਿਉਂਕਿ ਗੱਲ ਜਿਵੇਂ ਅਸੀਂ ਕੀਤੀ ਕਿ ਸਿਆਸੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਕਹਿੰਦੇ ਨੇ ਹੈਗੀ ਤਾਂ ਹੈ, ਪਰ ਉਹ ਹੈ ਕਿਹੜੇ ਪਾਸੇ ਵੱਲ? ਪੰਜਾਬ ਦੇ ਸੁਧਾਰ ਵੱਲ ਹੈ ਕਿ ਵਿਗਾੜ ਵੱਲ ਹੈ? ਉਹ ਵੀ ਸਾਰਾ ਸਭ ਨੂੰ ਸਮਝਣਾ ਚਾਹੀਦਾ। ਜਿੱਥੋਂ ਤੱਕ ਗੱਲ ਕਿਸਾਨ ਜਥੇਬੰਦੀਆਂ ਦੀ ਹੈ, ਇਹਨਾਂ ਨੇ ਅਗਲੇ ਦਿਨਾਂ ਦੇ ਵਿੱਚ ਮੀਟਿੰਗ ਕਰਨੀ ਹੈ, ਕੇਂਦਰ ਦੇ ਨਾਲ ਕਰਨੀ ਵੀ ਹੈ ਕਿ ਨਹੀਂ ਕਰਨੀ। ਪਹਿਲੀ ਮੀਟਿੰਗ ਤਾਂ ਰੱਦ ਕਰ ਚੁੱਕੇ ਨੇ, ਅਗਲੀ ਮੀਟਿੰਗ ਦੇ ਵਿੱਚ ਕੀ ਹੱਲ ਲੈ ਕੇ ਆਉਂਦੇ ਨੇ, ਕਿਉਂਕਿ ਕੇਂਦਰ ਨੇ ਜਿਹੜਾ ਉਹ ਸਿਰਫ ਇਹਨਾਂ ਨੂੰ ਸਮਝਾਉਣ ਦੀ ਖਾਤਰ ਬੁਲਾਇਆ। ਉੱਥੇ ਜਾ ਕੇ ਇਹਨਾਂ ਦੇ ਅੱਗੇ ਉਹ ਨੀਤੀਆਂ ਰੱਖੀਆਂ ਜਾਣਗੀਆਂ ਆਪਣੀਆਂ ਕਿ ਅਸੀਂ ਇਹ ਕੁਝ ਰੱਖਿਆ, ਇਹ ਉੱਥੋਂ ਕੀ ਹੱਲ ਲੈ ਕੇ ਆਉਂਦੇ ਨੇ। ਉਹਦੇ ਉੱਤੇ ਪੂਰੇ ਪੰਜਾਬ ਦੀ ਨਜ਼ਰ ਹੈ, ਦੇਸ਼ ਭਰ ਦੇ ਵਿੱਚ ਸਾਰੇ ਥਾਵਾਂ ਤੇ ਜਿੱਥੇ ਤੇ ਕਿਸਾਨ ਇਹ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਇਸ ਦੇ ਖਿਲਾਫ ਨੇ, ਉਹ ਸਭ ਜਾਣਨਾ ਚਾਹੁੰਦੇ ਨੇ ਕਿ ਖੇਤੀ ਕਾਨੂੰਨ ਤੇ ਕੇਂਦਰ ਕੀ ਹੱਲ ਕੱਢ ਕੇ ਲਿਆਉਂਦਾ। ਬਿੱਲਾਂ ਨੂੰ ਰੱਦ ਕਰਵਾਉਣ ਦੀ ਗੱਲ ਹੋ ਰਹੀ ਹੈ। ਜੇ ਕਿਹਾ ਜਾ ਰਿਹਾ ਹੈ ਕਿ MSP ਦਾ ਕਾਨੂੰਨ ਬਣਾ ਕੇ ਜਿਹੜਾ ਉਹ ਬਿੱਲਾਂ ਦੇ ਵਿੱਚ, ਕਾਨੂੰਨ ਦੇ ਵਿੱਚ ਪਾ ਦਿੱਤਾ ਜਾਵੇ, ਖੇਤੀ ਕਾਨੂੰਨ 'ਚ ਪਾ ਦਿੱਤਾ ਜਾਏ, ਪਰ ਮਾਲੀ ਸਾਹਿਬ ਕਹਿੰਦੇ ਨੇ ਕਿ ਇਹ ਵੀ ਕੋਈ ਹੱਲ ਨਹੀਂ।
ਮਸਲਾ ਬੇहद ਗੰਭੀਰ ਹੈ, ਸੰਕਟ ਬਹੁਤ ਨੇ, ਪਰ ਅਗਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਅਸੀਂ ਉਹ ਵੀ ਤੁਹਾਡੇ ਰੂਬਰੂ ਕਰਾਂਗੇ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।